ਕੀ ਨੌਬਤ ਆ ਗਈ ਕਿ ਹੱਥਾਂ 'ਚ ਬੋਰਡ ਫੜਨੇ ਪੈ ਗਏ। ਜਦੋਂ ਤੁਸੀਂ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਸਟੱਡੀ ਕਰ ਲਓ ਜਾਂ ਕੰਮ ਕਰ ਲਓ, ਤੁਹਾਡਾ ਜਿਹੜਾ 200 ਪੁਆਇੰਟ ਕੱਟਿਆ ਜਾਂਦਾ। ਉਹ 200 ਪੁਆਇੰਟ ਕੱਟਣ ਤੋਂ ਬਾਅਦ ਐਵਰੇਜ ਸਕੋਰ ਜਿਹੜੇ ਵੀ ਦੂਸਰੀ ਪ੍ਰੋਵਿੰਸ ਤੋਂ ਮੂੰਹ ਹੁੰਦੇ ਉਹਨਾਂ ਦਾ 600 ਕੁ ਰਹਿ ਜਾਂਦਾ। ਪਰ ਪਿਛਲੇ 2 ਸਾਲ ਤੋਂ ਜਿਹੜਾ ਸਕੋਰ ਹੈ ਕੱਟ ਆਫ ਦਾ, ਉਹ 600 ਤੋਂ ਕਾਫੀ ਹਾਈ ਚੱਲ ਰਿਹਾ, 700 ਤੋਂ ਉੱਪਰ ਚੱਲ ਰਿਹਾ ਹਾਲਾਂਕਿ। ਇਹ ਨਹੀਂ ਕਹਿੰਦੇ ਕਿ ਅੱਜ ਹੀ ਸਾਨੂੰ ਪੀਐਨਪੀ ਦੇ ਦਿਓ, ਅੱਜ ਹੀ ਪੀਆਰ ਦੇ ਦਿਓ, ਪਰ ਇੱਕ ਆਨਸਰ ਕੋਈ ਓਫੀਸ਼ੀਅਲ ਦੱਸੇ ਇਹਨਾਂ ਨੂੰ ਕਿ ਕੀ ਇਸ ਚੀਜ਼ ਦਾ ਹੱਲ ਆ। ਕੀ ਇਹ ਹਜ਼ਾਰਾਂ ਸਟੂਡੈਂਟ ਇੱਥੋਂ ਜੇ ਕੰਮ ਛੱਡ ਕੇ ਜਾ ਰਹੇ ਆ, ਇੱਥੋਂ ਦੇ ਬਿਜ਼ਨੈਸਿਸ ਨੂੰ ਕਿੰਨਾ ਇੰਪੈਕਟ ਪਊਗਾ। ਜੇ ਆਪਾਂ ਨੂੰ ਇਹ ਸਿਸਟਮ ਕਹਿ ਰਿਹਾ ਆ ਵੀ ਤੁਸੀਂ ਆਪਣੇ ਆਇਲਸ ਕਰਕੇ ਆਪਣੇ ਬੈਂਡ ਵਧਾ ਲਓ ਜਾਂ ਤੁਸੀਂ ਆਪਦੇ ਕੰਮ ਕਰਕੇ ਬੈਂਡ ਵਧਾ ਲਓ, ਆਇਲਸ ਵੀ ਅਸੀਂ ਪੂਰਾ ਆਪਣਾ ਮੈਕਸਿਮਮ ਤੋਂ ਮੈਕਸਿਮਮ ਅਸੀਂ ਆਪਣਾ ਅਟੇਨ ਕਰ ਚੁੱਕੇ ਹਾਂ। ਹਾਂਜੀ, ਤੇ ਉਹਦਾ ਕਰਕੇ ਵੀ ਅਸੀਂ 612 ਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਕਹਿੰਦੀ ਆ ਕਿ ਅਸੀਂ ਬੱਚਿਆਂ ਨੂੰ ਬੁਲਾਉਂਦੇ ਆ ਤੇ ਉਸ ਤੋਂ ਬਾਅਦ ਪੀਆਰ ਲੈਣ ਇਹਨਾਂ ਦਾ ਆਪਦਾ ਇੱਕ ਇਹਨਾਂ ਨੂੰ ਆਪ ਜ਼ਰੀਆ ਬਣਾਉਣਾ ਪੈਂਦਾ। ਹੁਣ ਠੀਕ ਆ, ਪ੍ਰੋਵਿੰਸ਼ੀਅਲ ਗਵਰਨਮੈਂਟ ਫੈਡਰਲ ਗਵਰਨਮੈਂਟ ਬੁਲਾਈ ਤੇ ਜਾਂਦੀ ਆ, ਪਰ ਹੁਣ ਜੇ ਪ੍ਰੋਵਿੰਸਸ ਉਹਦੇ ਵਿੱਚ ਸਪੋਰਟ ਹੀ ਨਹੀਂ ਕਰਨਗੀਆਂ ਤਾਂ ਬੱਚੇ ਜਾਣਗੇ ਕਿੱਥੇ। ਸੋ ਇੱਥੇ ਆਉਣ ਤੋਂ ਪਹਿਲਾਂ ਮੇਰੀ 4-5 EMPLOYERS ਦੇ ਨਾਲ ਵੀ ਗੱਲ ਹੋਈ ਜਿਹੜੇ ਇੱਕ ਲੰਬੇ ਸਮੇਂ ਤੋਂ MPNP ਸਿਸਟਮ ਦੇ ਵਿੱਚ ਵੀ ਇਨਰੋਲਮੈਂਟ ਰੱਖਦੇ ਆ ਤੇ ਉਹਨਾਂ ਦੇ ਕੋਲੇ ਕਾਫੀ ਜਿਹੜੇ ਸਕਿਲਡ ਵਰਕਰ ਕੰਮ ਅੱਜ ਵੀ ਕਰ ਰਹੇ ਆ, ਬਹੁਤ ਸਾਰੇ ਕਰਕੇ ਗਏ ਵੀ ਆ ਤੇ ਉਹਨਾਂ ਦੇ ਥਰੂ ਜਿਹੜੇ PR ਉੱਥੋਂ ਤੱਕ ਵੀ ਪਹੁੰਚੇ। ਸੋ ਬੇਸਿਕਲੀ ਜਿਹੜਾ ਉਹਨਾਂ ਦਾ ਇੱਕ ਸਵਾਲ ਮੈਨੂੰ ਵੀ ਸੀਗਾ ਉਹ ਇਹੀ ਸੀ ਕਿ ਅਸੀਂ ਕੀ ਕਰੀਏ ਜੇ PR ਆਉਣ ਤੋਂ ਸਿਰਫ 2 ਘੰਟੇ ਬਾਅਦ ਬੱਚਾ ਇਹ ਫੋਨ ਕਰਕੇ ਕਹਿੰਦਾ ਜੀ ਮੈਂ ਕੰਮ ਛੱਡ ਕੇ ਜਾ ਰਿਹਾ। ਪੀਐਨਪੀ ਜਾਂ ਪੀਆਰ ਲੈਣ ਦਾ ਜਿਹੜਾ ਰਾਹ ਦੇ ਥਰੂ ਗੁਜ਼ਰ ਰਿਹਾ, ਉਹਨਾਂ ਨੂੰ ਵੀ ਕਿੰਨੇ ਚੈਲੰਜਸ ਦੇ ਥਰੂ ਜਾਣਾ ਪੈ ਰਿਹਾ ਆਪਣੇ EMPLOYER ਦੇ ਨਾਲ, ਕਿਉਂਕਿ ਕਈ ਵਾਰ EMPLOYER ਤੋਂ ਪੈਸੇ ਘੱਟ ਮਿਲਦੇ ਆ, ਉਹਨਾਂ ਨੂੰ ਕੰਮ ਜ਼ਿਆਦਾ ਕਰਾਇਆ ਜਾਂਦਾ। ਕਈ ਵਾਰ ਉਹਨਾਂ ਤੋਂ ਅਨਪੇਡ ਕੰਮ ਵੀ ਕਰਾਇਆ ਜਾਂਦਾ ਕਿ ਐਕਸਟਰਾ ਕੰਮ ਕਰਾ ਲਓ, ਠੀਕ ਹੈ। ਉਹਨਾਂ ਨੂੰ ਬਾਅਦ ਵਿੱਚ ਹਰਾਸ ਇਸ ਗੱਲੋਂ ਵੀ ਕੀਤਾ ਜਾਂਦਾ ਕਿ ਤੁਹਾਨੂੰ ਅਸੀਂ ਲੈਟਰ ਨਹੀਂ ਦੇਵਾਂਗੇ, ਤੁਹਾਨੂੰ ਉਹ ਨਹੀਂ ਕਰਾਂਗੇ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨਾ ਇੱਕ ਕਮਿਊਨਿਟੀ ਲੈਵਲ 'ਤੇ ਆਪਾਂ ਸਾਰਿਆਂ ਨੂੰ ਸੋਚਣੀਆਂ ਚਾਹੀਦੀਆਂ ਕਿ ਇਹ ਦੇਖੋ, ਇਹ ਇਨਸਾਨੀਅਤ ਦੇ ਨਾਂ 'ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਕਿਸੇ ਨਾਲ ਨਹੀਂ ਕਰਨੀਆਂ ਚਾਹੀਦੀਆਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਦਾ ਪੰਜਾਬ ਟਾਕਸ ਟੈਲੀਵਿਜ਼ਨ ਤੇ ਮੈਂ ਹਾਂ ਹਰਮਨਪ੍ਰੀਤ ਸਿੰਘ। ਸੋ ਅਸੀਂ ਇਸ ਵੇਲੇ ਕੈਨੇਡਾ ਦੀ ਪ੍ਰੋਵਿੰਸ ਮੈਨੀਟੋਬਾ ਦੇ ਵਿੱਚ ਸ਼ਹਿਰ ਵਿਨੀਪੈਗ ਦੇ ਵਿੱਚ ਮੌਜੂਦ ਹਾਂ ਤੇ ਇੱਥੇ ਸਟੂਡੈਂਟਸ ਜਿਹੜੇ ਨੇ, ਇੰਟਰਨੈਸ਼ਨਲ ਸਟੂਡੈਂਟਸ ਨੇ, ਉਹਨਾਂ ਦੇ ਵੱਲੋਂ ਕਾਫੀ ਲੰਬੇ ਸਮੇਂ ਤੋਂ ਇੱਕ ਸੰਘਰਸ਼ ਹੈ ਜਿਹੜਾ ਉਹ ਸ਼ੁਰੂ ਕੀਤਾ ਹੋਇਆ। ਸੋ ਅੱਜ ਉਸ ਸੰਘਰਸ਼ ਦੇ ਦਰਮਿਆਨ ਹੀ ਸਟੂਡੈਂਟ ਇੱਥੇ ਇੱਕ ਵੱਡੀ ਤਾਦਾਦ ਦੇ ਵਿੱਚ ਪਹੁੰਚੇ ਨੇ। ਸੋ ਆਰਗੇਨਾਈਜ਼ਰ ਵੀ ਸਾਡੇ ਨਾਲ ਨੇ। ਸੋ ਦੱਸ ਦਈਏ ਕਿ ਕੈਨੇਡਾ ਇੱਕ ਮਲਟੀ ਕਲਚਰਲ ਕੰਟਰੀ ਹੈ। ਵੱਖ-ਵੱਖ ਮੁਲਕਾਂ ਤੋਂ ਜਿਹੜੇ ਸਟੂਡੈਂਟਸ ਨੇ ਇੱਥੇ ਆਉਂਦੇ ਨੇ, ਵੱਖ-ਵੱਖ ਮੁਲਕਾਂ ਤੋਂ ਲੋਕ ਕੈਨੇਡਾ ਦੇ ਵਿੱਚ ਸ਼ਰਨ ਲੈਂਦੇ ਨੇ, ਆ ਕੇ ਵੱਖ-ਵੱਖ ਵੀਜ਼ਿਆਂ ਦੇ ਥਰੂ ਆਉਂਦੇ ਨੇ। ਸੋ ਖਾਸ ਕਰ ਜੇ ਗੱਲ ਸਟੂਡੈਂਟ ਵੀਜ਼ੇ ਦੀ ਕਰ ਲਈਏ ਤਾਂ ਸਟੂਡੈਂਟ ਵੀਜ਼ੇ ਤੇ ਇੱਕ ਵੱਡੇ ਪੱਧਰ ਤੇ ਭਾਰਤ ਤੋਂ ਜਾਂ ਪੰਜਾਬ ਤੋਂ ਜਾਂ ਭਾਰਤ ਦੀਆਂ ਹੋਰ ਜਿਹੜੇ ਰਾਜ ਨੇ ਉੱਥੋਂ ਵੱਡੇ ਪੱਧਰ ਦੇ ਉੱਤੇ ਜਿਹੜੇ ਸਟੂਡੈਂਟਸ ਨੇ ਉਹ ਵੱਖ-ਵੱਖ ਪ੍ਰੋਵਿੰਸ ਦੇ ਵਿੱਚ ਇੱਥੇ ਪਹੁੰਚਦੇ ਆ ਕੈਨੇਡਾ ਦੇ ਵਿੱਚ ਤੇ ਇੱਥੇ ਆ ਕੇ ਅਗਾਂਹ ਨੂੰ ਜਿਹੜੇ ਸਟੈਪਸ ਨੇ ਉਹਨਾਂ ਨੂੰ ਫੋਲੋ ਕਰਕੇ PR ਦੇ ਰਾਹ ਖੋਲ੍ਹਦੇ ਆ। ਸੋ ਸਾਡੇ ਨਾਲ ਜਿਹੜਾ ਇਹ ਪ੍ਰੋਟੈਸਟ ਹੋ ਰਿਹਾ ਸਟੂਡੈਂਟਸ ਦੇ ਵੱਲੋਂ ਪ੍ਰੋਟੈਸਟ ਹੋ ਰਿਹਾ, ਸਕਿਲਡ ਵਰਕਰਸ ਨੇ ਉਹਨਾਂ ਦੇ ਵੱਲੋਂ ਜਿਹੜਾ ਪ੍ਰੋਟੈਸਟ ਹੋ ਰਿਹਾ। ਸੋ ਬੈਨਰ ਹੱਥ ਵਿੱਚ ਫੜਿਆ ਹੋਇਆ, ਇਹਨਾਂ ਨੇ ਲਿਖਿਆ ਕਿ ਮੈਨੀਟੋਬਾ ਇਜ਼ ਆਵਰ ਹੋਮ, ਵੀ ਵਾਂਟ ਟੂ ਸਟੇ ਹੇਅਰ, ਸੋ ਲੋਅਰ ਦਾ MPNP ਡਰਾ। ਸੋ ਇਹ ਜਿਹੜੀ ਕੀ ਮੰਗ ਹੈ ਇਹਨਾਂ ਦੀ, ਕੀ ਜਿਹੜੀਆਂ ਮੰਗਾਂ ਨੇ, ਅਸੀਂ ਉਸ ਬਾਬਤ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸੋ ਸਾਰੀ ਦੀ ਸਾਰੀ ਆਰਗੇਨਾਈਜ਼ਰ ਜਿਹੜੀ ਟੀਮ ਹੈ ਸਾਡੇ ਨਾਲ ਮੌਜੂਦ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਬਹੁਤ ਕੀ ਨਾਮ ਹੈ ਬਾਈ ਜੀ? ਇੰਦਰਜੀਤ ਗਿੱਲ ਜੀ। ਸੋ ਮੈਨੀਟੋਬਾ ਇਜ਼ ਆਵਰ ਹੋਮ, ਕੀ ਨੌਬਤ ਆ ਗਈ ਕਿ ਹੱਥਾਂ 'ਚ ਬੋਰਡ ਫੜਨੇ ਪੈ ਗਏ। ਮੈਨੀਟੋਬਾ ਵਿੱਚ ਖੜੇ ਹੋ ਤੇ ਹੱਥਾਂ 'ਚ ਬੋਰਡ ਫੜ ਕੇ ਦੱਸ ਰਹੇ ਹੋ ਕਿ ਮੈਨੀਟੋਬਾ ਇਜ਼ ਆਵਰ ਹੋਮ। ਬਿਲਕੁਲ ਜੀ। ਸੋ ਹਰ ਸਾਲ ਹਜ਼ਾਰਾਂ ਸਟੂਡੈਂਟ ਇੰਡੀਆ ਤੋਂ ਜਾਂ ਹੋਰ ਕੰਟਰੀਆਂ ਤੋਂ ਕੈਨੇਡਾ 'ਚ ਸਟੱਡੀ ਕਰਨ ਆਉਂਦਾ। ਸਟੱਡੀ ਕਰਨ ਸਾਰੀਆਂ ਪ੍ਰੋਵਿੰਸਾਂ ਦੇ ਵਿੱਚ ਆਉਂਦੇ ਆ, ਕੁਝ ਸਿੱਧੇ ਮੈਨੀਟੋਬਾ 'ਚ ਆਉਂਦੇ। ਮੈਨੀਟੋਬਾ ਦੇ 4 ਤੋਂ 5 ਇੰਸਟੀਚਿਊਟ ਹੈ ਜਿੱਥੇ ਉਹਨਾਂ ਨੂੰ ਜਿਹੜੇ ਲੱਕੀ ਇਨਫ ਹੁੰਦੇ ਉਹਨਾਂ ਨੂੰ ਇੱਥੇ ਐਡਮਿਸ਼ਨ ਮਿਲ ਜਾਂਦੀ ਆ। ਪੜ੍ਹਨੇ ਬਹੁਤ ਸਾਰੇ ਚਾਹੁੰਦੇ ਆ, ਪਰ ਮੈਨੀਟੋਬਾ ਦੇ ਵਿੱਚ ਕਾਲਜਾਂ ਦੀ ਘਾਟ ਕਰਕੇ ਜਾਂ ਜਿੱਥੇ ਵੀ ਉਹਨਾਂ ਨੂੰ ਐਡਮਿਸ਼ਨ ਮਿਲਦੀ ਆ ਉਦੋਂ, ਜਾਂ ਪ੍ਰੋਗਰਾਮ ਇੱਥੇ ਸਾਰੇ ਅਵੇਲੇਬਲ ਨਹੀਂ ਹੁੰਦੇ, ਉਹ ਦੂਸਰੀ ਕਿਸੇ ਪ੍ਰੋਵਿੰਸ ਦੇ ਵਿੱਚ ਸਟੱਡੀ ਕਰਦੇ ਆ। ਉੱਥੇ ਸਟੱਡੀ ਕਰਨ ਤੋਂ ਬਾਅਦ ਜਦੋਂ ਉਹ ਦੇਖਦੇ ਆ ਕਿ ਸਾਡੇ ਲਈ ਬੈਟਰ ਓਪਰਚੁਨਿਟੀਜ਼ ਕਿੱਥੇ ਆ, ਫਿਊਚਰ ਦੇ ਵਿੱਚ ਅਸੀਂ ਜੇ ਆਪਣਾ ਘਰ-ਬਾਰ ਲੈਣਾ, ਉਹ ਸਾਨੂੰ ਓਪਰਚੁਨਿਟੀਜ਼ ਕਿੱਥੇ ਆ, ਉਹਨਾਂ ਦੇ ਲਈ ਮੈਨੀਟੋਬਾ ਇੱਕ ਜਿਹੜੀ ਆ ਫੇਵਰੇਟ ਡੈਸਟੀਨੇਸ਼ਨ ਆ। ਐਜ਼ ਵੈਲ ਐਜ਼ ਇੱਥੋਂ ਦਾ ਜਿਹੜਾ PNP ਪ੍ਰੋਗਰਾਮ ਹੈ ਉਹ ਵੀ ਕਾਫੀ ਫੇਵਰੇਬਲ ਹੈ ਕਿ ਤੁਸੀਂ ਇੱਥੇ ਜਦੋਂ ਕਿਸੇ ਦੂਸਰੀ ਪ੍ਰੋਵਿੰਸ 'ਚ ਸਟੱਡੀ ਕੀਤੀ ਆ, ਤੁਸੀਂ 1 ਸਾਲ ਕੰਮ ਕਰੋ ਤੇ ਤੁਹਾਨੂੰ 1 ਸਾਲ ਕੰਮ ਕਰਨ ਤੋਂ ਬਾਅਦ PNP ਮਿਲ ਜਾਂਦੀ ਆ ਤੇ ਉਸ ਤੋਂ ਬਾਅਦ ਤੁਸੀਂ PR ਲੈ ਸਕਦੇ ਤੇ ਪਰਮਾਨੈਂਟਲੀ ਇੱਥੇ ਰਹਿ ਸਕਦੇ। ਬਹੁਤ ਸਾਰੇ ਲੋਕਾਂ ਦਾ ਡਰੀਮ ਹੁੰਦਾ ਕਿ ਉਹ ਇੱਥੇ ਪੱਕੇ ਰਹਿਣ ਤੇ ਇੱਥੋਂ ਦੀ ਇਕੋਨਮੀ ਨੂੰ ਸਪੋਰਟ ਕਰਨ। ਸੋ ਹੋਇਆ ਕਿ ਪਿਛਲੇ 2-3 ਸਾਲਾਂ ਦੇ ਵਿੱਚ ਮੈਨੀਟੋਬਾ ਦੀ ਜਿਹੜੀ ਆ ਕਾਫੀ ਜ਼ਿਆਦਾ ਜਿਹੜੀ
ਪ੍ਰਚਲਿਤ ਹੋ ਗਿਆ ਤੇ ਲੋਕਾਂ ਦੇ ਵਿੱਚ ਇੱਕ ਫੇਵਰਿਟ ਡੈਸਟੀਨੇਸ਼ਨ ਬਣ ਗਈ। ਸਾਰੇ ਸਟੂਡੈਂਟ ਜਿਹੜੇ ਆ ਉਹ ਚਾਹੁੰਦੇ ਸੀ ਕਿ ਅਸੀਂ ਮੈਨੀਟੋਬਾ ਜਾਈਏ। ਇੱਥੇ ਆ ਕੇ ਉਹਨਾਂ ਦੇ ਨਾਲ ਕੀ ਹੋਇਆ ਕਿ ਮੈਨੀਟੋਬਾ ਦੀ ਇਕਨੋਮੀ ਨੂੰ ਬਹੁਤ ਇੱਕ ਹੁੰਗਾਰਾ ਮਿਲਿਆ, ਬਹੁਤ ਬੂਸਟ ਹੋਈ ਇੱਥੋਂ ਦੀ ਇਕਨੋਮੀ। ਪਿਛਲੇ 2 ਸਾਲ ਤੋਂ ਜਿਹੜੇ ਆ ਸਟੂਡੈਂਟ ਜਿਹੜੇ ਇੱਥੇ ਕੰਮ ਕਰ ਰਹੇ ਆ। ਮਸਲਾ ਇਹ ਕਿ ਜਿਹੜੇ ਪਿਛਲੇ 2 ਸਾਲ ਤੋਂ ਕੰਮ ਕਰ ਰਹੇ ਆ, ਜਿਹੜੇ ਮੈਨੀਟੋਬਾ PNP ਜਿਹੜਾ ਇੱਕ ਪੁਆਇੰਟ ਬੇਸ ਸਿਸਟਮ ਆ। ਜਦੋਂ ਤੁਸੀਂ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਸਟੱਡੀ ਕਰ ਲਓ ਜਾਂ ਕੰਮ ਕਰ ਲਓ, ਤੁਹਾਡਾ ਜਿਹੜਾ 200 ਪੁਆਇੰਟ ਕੱਟਿਆ ਜਾਂਦਾ। ਉਹ 200 ਪੁਆਇੰਟ ਕੱਟਣ ਤੋਂ ਬਾਅਦ ਐਵਰੇਜ ਸਕੋਰ ਜਿਹੜੇ ਵੀ ਦੂਸਰੀ ਪ੍ਰੋਵਿੰਸ ਤੋਂ ਮੂੰਹ ਹੁੰਦੇ ਉਹਨਾਂ ਦਾ 600 ਕੁ ਰਹਿ ਜਾਂਦਾ। ਪਰ ਪਿਛਲੇ 2 ਸਾਲ ਤੋਂ ਜਿਹੜਾ ਸਕੋਰ ਆ ਕੱਟ ਆਫ ਦਾ, ਉਹ 600 ਤੋਂ ਕਾਫੀ ਹਾਈ ਚੱਲ ਰਿਹਾ, 700 ਤੋਂ ਉੱਪਰ ਚੱਲ ਰਿਹਾ। ਹਾਲਾਂਕਿ ਉਹਦੇ ਕਰਕੇ ਜਿਹੜੇ ਹਜ਼ਾਰਾਂ ਸਟੂਡੈਂਟ ਆ, ਜਿਨ੍ਹਾਂ ਦੇ ਹਜ਼ਾਰਾਂ ਵਰਕਰ ਕਹੀਏ, ਹੁਣ ਸਟੂਡੈਂਟ ਨਹੀਂ ਆ ਉਹ, ਸੋ ਉਹਨਾਂ ਦੇ ਵਰਕ ਪਰਮਿਟ ਜਿਹੜੇ ਆ ਐਕਸਪਾਇਰ ਹੋਣ ਦੀ ਕਗਾਰ ਤੇ। ਕਈਆਂ ਦੇ ਐਕਸਪਾਇਰ ਹੋ ਗਏ ਆ, ਕਈਆਂ ਦੇ 2 ਮਹੀਨੇ ਨੂੰ ਹੋਏ ਨੇ, ਕਈਆਂ ਦੇ ਇਸੇ ਸਾਲ ਦੇ ਵਿੱਚ ਹੋ ਜਾਣੇ ਆ। ਹੁਣ ਉਹਨਾਂ ਦਾ ਇਸ਼ੂ ਇਹ ਆ ਕਿ ਸਾਨੂੰ ਕੋਈ ਇੱਕ ਟਰਾਂਸਪੇਰੈਂਟ ਜੀ ਜਿਹੜੀ ਗੱਲ ਆ, ਸਰਕਾਰ ਦੱਸੇ ਕਿ ਸਾਡੇ ਲਈ ਇੱਥੇ ਕੀ ਆਪਸ਼ਨ ਹੈਗੀ ਹੈ, ਕਿ ਅਸੀਂ ਅਖੀਰਲੇ ਦਿਨ ਤੱਕ ਜਦੋਂ ਸਾਡਾ ਵਰਕ ਪਰਮਿਟ ਐਕਸਪਾਇਰ ਹੋਣਾ ਉਸ ਦਿਨ ਤੱਕ ਅਸੀਂ ਸ਼ਿਫਟ ਇੱਥੇ ਕਰੀ ਜਾਈਏ ਤੇ ਉਸ ਤੋਂ ਬਾਅਦ ਅਸੀਂ ਵਾਪਸ ਚਲ ਜਾਈਏ, ਜਾਂ ਅਸੀਂ ਕਿਸੇ ਹੋਰ ਜਗ੍ਹਾ ਤੇ ਜਾ ਕੇ ਤੇ ਆਪਦਾ ਕੋਈ ਸਟੇਟਸ ਮੇਨਟੇਨ ਕਰ ਸਕੀਏ, ਜਾਂ ਕੋਈ ਵਰਕ ਪਰਮਿਟ ਐਕਸਟੈਂਡ ਕਰਨ ਦੀ ਪਾਲਿਸੀ ਲਿਆਂਦੀ ਜਾਵੇ। ਸੋ ਸਾਰੀਆਂ ਜਿਹੜੀਆਂ ਮੰਗਾਂ ਵਾ ਉਹ ਇੱਕ ਜਾਇਜ਼ ਮੰਗਾਂ ਇਹਨਾਂ ਦੀਆਂ। ਉਹਦੇ ਬਾਰੇ ਆਨਸਰ ਜਿਹੜੇ ਆ ਇਹਨਾਂ ਨੂੰ ਮਿਲਣੇ ਚਾਹੀਦੇ। ਆਨਸਰ ਲੱਭ ਰਹੇ ਆ, ਇਹ ਨਹੀਂ ਕਹਿੰਦੇ ਕਿ ਅੱਜ ਹੀ ਸਾਨੂੰ PNP ਦੇ ਦਿਓ, ਅੱਜ ਹੀ PR ਦੇ ਦਿਓ, ਪਰ ਇੱਕ ਆਨਸਰ ਕੋਈ ਅਫੀਸ਼ੀਅਲ ਦੱਸੇ ਇਹਨਾਂ ਨੂੰ ਕਿ ਕੀ ਇਸ ਚੀਜ਼ ਦਾ ਹੱਲ ਆ। ਕਿ ਇਹ ਹਜ਼ਾਰਾਂ ਸਟੂਡੈਂਟ ਇੱਥੋਂ ਜੇ ਕੰਮ ਛੱਡ ਕੇ ਜਾ ਰਹੇ ਆ, ਇੱਥੋਂ ਦੇ ਬਿਜ਼ਨੈਸਿਸ ਨੂੰ ਕਿੰਨਾ ਇੰਪੈਕਟ ਪਊਗਾ। ਮੈਨੀਟੋਬਾ ਦੇ ਵਿੱਚ ਰੌਣਕਾਂ ਲੱਗੀਆਂ ਪਈਆਂ, ਇੰਨੇ ਜ਼ਿਆਦਾ ਇੱਥੋਂ ਸਟੂਡੈਂਟ ਮੂਵ ਹੁੰਦੇ ਆ। ਕੋਈ ਇੱਥੇ ਕਨਸਰਟ ਹੁੰਦਾ, ਕੋਈ ਵੀ ਹੁੰਦਾ, ਉਹਦੇ ਵਿੱਚ ਤੁਸੀਂ ਵੇਖੋਗੇ ਭਾਰੀ ਗਿਣਤੀ ਦੇ ਵਿੱਚ ਜਿਹੜੇ ਸਟੂਡੈਂਟ ਮੂਵ ਹੋ ਕੇ ਉੱਥੋਂ ਦੂਜੀਆਂ ਪ੍ਰੋਵਿੰਸਾਂ ਤੋਂ ਆਏ, ਉਹ ਟਿਕਟਾਂ ਬਾਏ ਕਰਕੇ ਜਾਂਦੇ। ਇੱਥੋਂ ਦੇ ਬਿਜ਼ਨੈਸਿਸ ਨੂੰ ਜਿਹੜਾ ਵਾ, ਰੈਸਟੋਰੈਂਟਾਂ ਨੂੰ, ਈਵਨ ਕਿ ਰੀਅਲ ਏਸਟੇਟ ਮਾਰਕੀਟ, ਜਿਹੜੇ ਮਰਜ਼ੀ ਬਿਜ਼ਨਸ ਦਾ ਨਾਂ ਲੈ ਲਓ, ਉਹਦੇ ਵਿੱਚ ਜਿਹੜੇ ਆਪਣੇ ਦੂਜੀਆਂ ਪ੍ਰੋਵਿੰਸਾਂ ਤੋਂ ਸਟੱਡੀ ਕਰਕੇ ਇੱਥੇ ਮੂਵ ਹੋ ਰਹੇ ਆ, ਜਾਂ ਜਿਹੜੇ ਇੱਥੇ ਸਟੱਡੀ ਕਰ ਰਹੇ, ਉਹ ਸਾਰਿਆਂ ਦਾ ਯੋਗਦਾਨ ਹੈ ਬਹੁਤ ਵੱਡੇ ਲੈਵਲ ਤੇ। ਸੋ ਇਹ ਚਾਹੀਦਾ ਕਿ ਮੈਨੀਟੋਬਾ ਨੂੰ ਜੇ ਸਾਰੇ ਜਣੇ ਸਪੋਰਟ ਕਰ ਰਹੇ, ਮੈਨੀਟੋਬਾ ਦੀ ਇਕਨੋਮੀ ਬੂਸਟ ਹੋ ਰਹੀ ਆ। ਇਸ ਤੋਂ ਵੱਧ ਖੁਸ਼ੀ ਵਾਲੀ ਕੀ ਗੱਲ ਹੋ ਸਕਦੀ ਕਿ ਇੰਨੀ ਯੰਗ ਲੇਬਰ ਇੱਥੇ ਮਿਲ ਰਹੀ ਹੈ, ਕੁਆਲੀਫਾਈਡ ਲੇਬਰ। ਕੋਈ ਜੇ ਇੱਥੋਂ ਪੜ੍ਹ ਕੇ ਆ ਰਿਹਾ ਉਹ ਕੁਆਲੀਫਾਈਡ ਆ, ਕੋਈ ਜੇ ਮੌਂਟਰੀਅਲ ਤੋਂ ਪੜ੍ਹ ਕੇ ਆ ਰਿਹਾ ਉਹ ਬਾਇਲਿੰਗੁਅਲ ਆ। ਠੀਕ ਹੈ, ਸੋ ਹਰ ਤਰ੍ਹਾਂ ਦੀ ਜਿਹੜੀ ਇੱਥੇ ਵਿਭਿੰਨਤਾ ਵਾ, ਜਾਂ ਠੀਕ ਹੈ ਵੈਰਾਈਟੀ ਸਾਰਿਆਂ ਤੋਂ ਹੈਗੀ ਆ, ਉਹ ਮਿਲ ਰਹੀ ਆ। ਇੰਪਲੋਇਰਸ ਨੂੰ ਇੱਕ ਕੁਆਲੀਫਾਈਡ ਜਿਹੜਾ ਵਾ EMPLOYE ਮਿਲ ਰਿਹਾ। ਸੋ ਜੇ ਸਾਰੇ ਵਾਪਸ ਜਾਣਗੇ, ਜੇ ਇਹਨਾਂ ਨੂੰ ਜੌਬਾਂ ਇਹਨਾਂ ਨੇ ਛੁੱਟਦੀਆਂ, ਤੇ ਉਹ ਅਲਟੀਮੇਟਲੀ ਮੈਨੀਟੋਬਾ ਦੀ ਇਕਨੋਮੀ ਦੇ ਲਈ ਇੱਕ ਬਹੁਤ ਮਾੜੀ ਗੱਲ ਹੋਊਗੀ। ਮੈਨੀਟੋਬਾ ਦੇ ਵਿੱਚ ਹਰ ਸਾਲ ਹਜ਼ਾਰਾਂ ਹੀ ਸਟੂਡੈਂਟ ਆਉਂਦੇ ਆ, ਵੱਖ-ਵੱਖ ਕੋਰਸਾਂ ਦੇ ਤਹਿਤ। ਇੱਥੇ ਬਹੁਤ ਸਾਰੇ ਕਾਲਜਿਸ ਨੇ, ਯੂਨੀਵਰਸਿਟੀਜ਼ ਐਡਮਿਸ਼ਨ ਲੈਂਦੇ। ਤੁਹਾਨੂੰ ਲੱਗਦਾ ਕਿ ਵਾਕਈ ਫਰਕ ਪੈ ਸਕਦਾ ਇਮੀਗ੍ਰੇਸ਼ਨ ਜੇ ਉਹ ਇੱਥੋਂ ਮੂਵ ਹੋ ਕੇ ਕਿਤੇ ਹੋਰ ਜਾਂਦੀ ਹੈ, ਜਾਂ ਕਿਸ ਤਰੀਕੇ ਨਾਲ ਅਸੀਂ ਗੱਲ ਕਰ ਰਹੇ ਹਾਂ? ਬਿਲਕੁਲ। ਜੇ ਦੇਖੋ, ਜੇ ਕਿਸੇ ਦਾ ਵਰਕ ਪਰਮਿਟ ਹੁਣ ਰਹਿ ਗਿਆ ਪਿੱਛੇ 6 ਮਹੀਨੇ ਦਾ, ਉਹ ਇਹ ਸੋਚ ਰਿਹਾ ਅੱਜ ਦੀ ਡੇਟ ਦੇ ਵਿੱਚ ਕਿ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਵਧੀਆ ਪ੍ਰੋਗਰਾਮ ਹੈਗਾ, ਮੈਂ ਜੇ ਉੱਥੇ ਜਾ ਕੇ ਕੰਮ ਕਰਦਾ 2 ਮਹੀਨੇ ਤੇ ਮੈਨੂੰ ਉੱਥੇ ਅੱਗੇ ਗਾ ਮੇਰਾ ਐਕਸਟੈਂਡ ਹੋ ਜਾਣਾ ਸਟੇਟਸ, ਤੇ ਮੈਂ ਫਿਰ ਮੈਨੀਟੋਬਾ 'ਚ ਕਿਉਂ ਰਵਾਂ। ਠੀਕ ਹੈ, ਇਸ ਕਰਕੇ ਦੇਖੋ ਇਹ ਵਿਨ ਵਿਨ ਸਿਚੁਏਸ਼ਨ ਆ। ਮੈਨੀਟੋਬਾ ਦੇ ਲਈ ਵਿਨ ਸਿਚੁਏਸ਼ਨ ਇਹ ਹੈ ਕਿ ਇਹਨਾਂ ਨੂੰ ਕੁਆਲੀਫਾਈਡ ਲੇਬਰ ਮਿਲ ਰਹੀ ਆ, ਜਿਹੜੇ ਇੱਥੇ ਕੰਮ ਕਰ ਰਹੇ ਉਹਨਾਂ ਦੇ ਲਈ ਵੀ ਇੱਕ ਸਿਚੁਏਸ਼ਨ ਇਹ ਵਿਨਿੰਗ ਵਾਲੀ ਹੋਣੀ ਚਾਹੀਦੀ ਆ ਕਿ ਉਹਨਾਂ ਨੂੰ ਇੱਥੇ ਪਰਮਾਨੈਂਟ ਰਹਿਣ ਦਾ ਜਿਹੜਾ ਉਹ ਅਧਿਕਾਰ ਮਿਲੇ, ਤਾਂ ਕਿ ਇੱਥੇ ਕੰਟੀਨਿਊਸਲੀ ਉਹ ਆਪਣੇ ਗਾਂ ਫੈਮਲੀਜ਼ ਰੇਜ਼ ਕਰਨ, ਘਰ ਲੈਣ, ਤੇ ਹਰੇਕ ਪੱਖ ਤੋਂ ਇਕਨੋਮੀ ਨੂੰ ਬੂਸਟ ਕਰਨ। ਕਿਉਂਕਿ ਸਭ ਤੋਂ ਵੱਧ ਜੇ ਮੈਨੀਟੋਬਾ ਦੇ ਵਿੱਚ ਇਮੀਗ੍ਰੇਸ਼ਨ ਹੁੰਦੀ ਹੈ ਤੇ ਉਹ PNP ਪ੍ਰੋਗਰਾਮ ਦੇ ਥਰੂ ਹੁੰਦੀ ਹੈ, 60% ਤੋਂ ਵੀ ਅਬਾਵ। ਸੋ ਜੇ ਆਪਾਂ ਉਸ PNP ਪ੍ਰੋਗਰਾਮ ਤੋਂ ਹੀ ਲੋਕਾਂ ਨੂੰ ਡਿਸਕਰੇਜ ਕਰਤਾ, ਤੇ ਫਿਰ ਕੋਈ ਸਿੱਧੇ ਤੌਰ ਤੇ ਕਿਸ ਤਰ੍ਹਾਂ ਆਊਗਾ ਇੱਥੇ। ਤੇ ਜਿਹੜੀ ਮੈਨੀਟੋਬਾ ਦੀ ਗਵਰਨਮੈਂਟ ਆ, ਪ੍ਰੋਵਿੰਸ ਗਵਰਨਮੈਂਟ ਆ, ਉਹ ਕਹਿੰਦੀ ਹੈ ਕਿ ਕੋਟਾ ਹੁੰਦਾ, ਉਸ ਕੋਟੇ ਦੇ ਤਹਿਤ ਰਹਿ ਕੇ ਸਾਨੂੰ ਜਿਹੜੀ ਸਾਰੀ ਬਣਦੀ ਕਾਰਵਾਈ ਲੀਗਲੀ ਤੌਰ ਤੇ ਕਰਨੀ ਪੈਂਦੀ ਹੈ। ਫਿਰ ਉਹ ਤੁਹਾਨੂੰ ਨਹੀਂ ਲੱਗਦਾ ਕਿ ਕੋਟੇ ਤੋਂ ਉੱਤੇ ਜਾਣਾ ਜਾਂ ਕਿਸ ਤਰੀਕੇ ਦੇ ਨਾਲ ਇਫੈਕਟ ਕਰ ਸਕਦਾ ਇਹਨਾਂ ਚੀਜ਼ਾਂ ਨੂੰ? ਹਾਂਜੀ ਬਿਲਕੁਲ, ਇਹ ਵੀ ਉਹਨਾਂ ਦੇ ਜਾਇਜ਼ ਜਿਹੜਾ ਵਾ ਪੁਆਇੰਟ ਹੈ ਕਿ ਵੈਲਿਡ ਪੁਆਇੰਟ ਹੈ ਕਿ ਉਹਨਾਂ ਕੋਲ ਕੋਟਾ ਹੁੰਦਾ। ਹੁਣ ਇਹਦੇ 'ਚ 2 ਚੀਜ਼ਾਂ ਪ੍ਰੋਵਿੰਸ ਕਰ ਸਕਦੇ ਜੋ ਸਾਡੇ ਹਿਸਾਬ ਨਾਲ ਜੋ ਅਸੀਂ ਸੋਚਦੇ ਹਾਂ। ਇੱਕ ਤੇ ਉਹ ਫੈਡਰਲ ਗਵਰਨਮੈਂਟ ਤੋਂ ਮੰਗ ਕਰ ਸਕਦੇ ਆ ਕਿ ਉਹਨਾਂ ਕੋਲ ਕੋਟਾ ਵਧਾਇਆ ਜਾਵੇ। ਜੇ ਫੈਡਰਲ ਗਵਰਨਮੈਂਟ ਕੋਈ ਰਿਸਟ੍ਰਿਕਸ਼ਨ ਲਾਉਂਦੀ ਕਿ ਨਹੀਂ ਇਹ ਤੋਂ ਵੱਧ ਨਹੀਂ ਕੋਟਾ ਮਿਲਣਾ, ਉਹਦੇ ਨਾਲ ਕੀ ਹੈ ਕਿ ਜੇ ਇਹ ਆਪਣੀ ਵੈਬਸਾਈਟ ਤੇ ਟਰਾਂਸਪੇਰੈਂਸੀ ਪੂਰੀ ਦੱਸਣ, ਇਹ ਦੱਸਣ ਸਾਲ ਦੇ ਸਟਾਰਟਿੰਗ ਦੇ ਵਿੱਚ ਕਿ ਸਾਡੇ ਕੋਲ ਇਸ ਸਾਲ ਅਸੀਂ 6000 ਬੰਦੇ ਨੂੰ ਜਾਂ 8000 ਬੰਦੇ ਨੂੰ ਦਾ ਕੋਟਾ ਸਾਡੇ ਕੋਲ। ਉਹਦੇ ਨਾਲ ਕੀ ਹੋਊਗਾ ਕਿ ਜੇ ਕੋਈ ਪਲਾਨ ਕਰ ਰਿਹਾ ਆਪਣੇ ਫਿਊਚਰ ਦੇ ਵਿੱਚ, ਕੋਈ ਉੱਥੇ ਗ੍ਰੈਜੂਏਟ ਹੋਇਆ, ਉਹ ਇਹ ਸੋਚ ਸਕਦਾ ਕਿ ਕੀ ਮੈਂ ਮੈਨੀਟੋਬਾ ਦੇ ਵਿੱਚ ਜਾਵਾਂ ਤੇ ਮੇਰਾ ਉੱਥੇ ਕੋਈ ਫਿਊਚਰ ਹੈ ਆ, ਜੇ ਉਹ ਪਰਮਾਨੈਂਟ ਰਹਿਣਾ ਚਾਹੁੰਦਾ ਅੱਗੇ। ਟਰਾਂਸਪੇਰੈਂਸੀ ਜਿਹੜੀ ਆ ਉਹ ਇੱਕ ਬਹੁਤ ਜ਼ਰੂਰੀ ਜਿਹੜੀ ਆ ਚੀਜ਼ ਆ, ਤੇ ਉਹ ਇੱਕ ਵਨ ਆਫ ਦਾ ਇੰਪੋਰਟੈਂਟ ਜਿਹੜੀ ਮੰਗ ਆ ਇੱਥੇ ਕਿ ਉਹ ਟਰਾਂਸਪੇਰੈਂਸੀ ਹੋਣੀ ਚਾਹੀਦੀ। ਜੇ ਅੱਜ ਤੋਂ 2 ਸਾਲ ਪਹਿਲਾਂ ਇਹ ਚੀਜ਼ਾਂ ਟਰਾਂਸਪੇਰੈਂਟ ਹੁੰਦੀਆਂ ਕਿ ਪੂਲ ਦੇ ਵਿੱਚ ਕਿੰਨੇ ਲੋਕਾਂ ਨੇ ਫਾਈਲ ਲਗਾਈ ਆ,
ਇਹਨਾਂ ਕੋਲ ਕਿੰਨਾ ਕੋਟਾ ਲੋਕੀ ਸਾਰੇ ਸਮਝਦਾਰ ਆ ਉਹ ਵੈਲਿਊਏਟ ਕਰ ਸਕਦੇ ਕਿ ਜੇ ਕਿਸੇ ਨੇ ਇੱਥੇ ਪਰਮਾਨੈਂਟ ਰਹਿਣਾ ਉਹਦੇ ਲਈ ਇੱਥੇ ਕੀ ਆਉਣ ਵਾਲੇ ਫਿਊਚਰ ਦੇ ਵਿੱਚ ਕੋਈ ਹੋਪ ਹੈ ਜਾਂ ਨਹੀਂ ਹੈ। ਸੋ ਇੱਕ ਟਰਾਂਸਪੇਰੈਂਸੀ ਜਿਹੜੀ ਆ ਉਹ ਹੋਣੀ ਚਾਹੀਦੀ ਆ। ਫੈਡਰਲ ਵੱਲੋਂ ਐਕਸਪ੍ਰੈਸ ਐਂਟਰੀ ਦੀ ਟਰਾਂਸਪੇਰੈਂਸੀ ਉਹਨਾਂ ਦੀ ਵੈਬਸਾਈਟ ਤੇ ਹੈ ਕਿ ਪੂਲ ਦੇ ਵਿੱਚ ਕਿੰਨੇ ਲੋਕ ਆ, ਕਿਹੜੇ ਕਿਹੜੇ ਸਕੋਰ ਦੇ ਆ, ਪਰ ਮੈਨੀਟੋਬਾ ਪੀਐਨਪੀ ਨੂੰ ਵੀ ਇਹ ਸਿਸਟਮ ਇੱਕ ਲਿਆਉਣਾ ਚਾਹੀਦਾ ਜੋ ਸਾਡੇ ਟਰਾਂਸਪੇਰੈਂਸੀ ਦੀ ਮੇਨਲੀ ਕਮੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਜਗਜੀਤ। ਤੇ ਕਿੰਨਾ ਕੁ ਵਕਤ ਹੋ ਗਿਆ ਇੱਥੇ? ਮੈਨੂੰ ਆਲਮੋਸਟ ਇੱਥੇ 2.5 ਸਾਲ ਹੋ ਚੁੱਕੇ ਨੇ ਤੇ ਮੈਂ ਵੀ ਵਨ ਆਫ ਦਾ ਸਫਰਿੰਗ ਸਕਿਲਡ ਵਰਕਰ ਆ ਇੱਥੇ। ਤੇ ਜਿੱਦਾਂ ਮੇਰਾ ਵੀ ਵਰਕ ਪਰਮਿਟ ਐਕਸਪਾਇਰ ਹੋਣ ਦੀ ਕਗਾਰ ਤੇ ਪੂਰਾ ਹੈਗਾ ਆ, ਇਸ ਲਈ ਅੱਜ ਆਪਾਂ ਇੱਥੇ ਇਕੱਠੇ ਹੋਏ ਆ। ਮੈਨੂੰ 2 ਸਾਲ ਹੋ ਗਏ ਇੱਥੇ ਮੈਨੀਟੋਬਾ ਦੇ EMPLOYER ਨਾਲ ਕੰਮ ਕਰਦੇ ਹੋਏ ਤੇ ਹਜੇ ਤੱਕ ਸਾਨੂੰ ਕੋਈ ਕਿਸੇ ਪਾਸਿਓਂ ਕੋਈ ਪੋਜ਼ਿਟਿਵ ਹੋਪ ਨਹੀਂ ਮਿਲ ਰਹੀ। ਜੇ ਆਪਾਂ ਨੂੰ ਇਹ ਸਿਸਟਮ ਕਹਿ ਰਿਹਾ ਆ ਵੀ ਤੁਸੀਂ ਆਪਣੇ ਆਇਲਸ ਕਰਕੇ ਆਪਣੇ ਬੈਂਡ ਵਧਾ ਲਓ ਜਾਂ ਤੁਸੀਂ ਆਪਦੇ ਕੰਮ ਕਰਕੇ ਬੈਂਡ ਵਧਾ ਲਓ, ਆਇਲਸ ਵੀ ਅਸੀਂ ਪੂਰਾ ਆਪਣਾ ਮੈਕਸਿਮਮ ਤੋਂ ਮੈਕਸਿਮਮ ਅਸੀਂ ਆਪਣਾ ਅਟੇਨ ਕਰ ਚੁੱਕੇ ਹਾਂ। ਹਾਂਜੀ, ਤੇ ਉਹਦਾ ਕਰਕੇ ਵੀ ਅਸੀਂ 612 ਤੇ ਸਾਡਾ ਮੈਕਸਿਮਮ ਬਣਦਾ ਆ। ਹੁਣ ਜੇ ਮੈਂ ਕਹਾਂ ਵੀ ਮੇਰਾ 2 ਸਾਲ ਵਰਕ ਐਕਸਪੀਰੀਅੰਸ ਮੈਂ ਪੂਰਾ ਕਰ ਲਿਆ ਜੀ, ਤੇ ਸਾਡੇ ਕੱਟਣ ਵੇਲੇ ਤਾਂ ਜੀ 100 ਕੱਟੇ ਜਾਂਦੇ ਨੇ ਪੁਆਇੰਟ ਵਰਕ ਦੇ ਆਊਟ ਆਫ ਪ੍ਰੋਵਿੰਸ ਜਦੋਂ ਆਪਾਂ ਕੰਮ ਕਰਦੇ ਆ। ਤੇ ਜਦੋਂ ਹੁਣ ਮੇਰੇ 2 ਸਾਲ ਹੋ ਗਏ ਆ ਪੂਰੇ ਤਾਂ ਮੈਨੂੰ 10 ਪੁਆਇੰਟਸ ਮਿਲ ਰਹੇ ਨੇ। ਸਰਕਾਰ ਵੱਲੋਂ ਕਿਹਾ ਜਾਂਦਾ ਕਿ ਉਹ ਰਿਸਕ ਫੈਕਟਰ ਦੇ ਤੌਰ ਦੇ ਉੱਤੇ ਕੱਟੇ ਜਾਂਦੇ ਆ। ਰਿਸਕ ਉਹਨਾਂ ਨੂੰ ਇਹ ਕਾਹਦਾ ਆ ਵੀ ਅਸੀਂ ਇੱਥੇ ਕੰਮ ਕਰ ਰਹੇ ਹਾਂ ਜੀ। ਆਪਾਂ ਕੈਨੇਡਾ ਦੇ ਵਿੱਚ ਆਏ ਸੀਗੇ ਤੇ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਜੇ ਕੰਮ ਕੀਤਾ ਆ ਤਾਂ ਇਹ ਰਿਸਕ ਨਹੀਂ ਹੋਣਾ ਚਾਹੀਦਾ ਸੀਗਾ। ਇਹ ਤਾਂ ਇੱਕ ਵਧੀਆ ਚੀਜ਼ ਆ, ਆਪਾਂ ਇਹਨਾਂ ਦੀ ਇਕਨੋਮੀ ਦੇ ਲਈ ਆਪਾਂ ਇਹਨਾਂ ਨੂੰ ਟੈਕਸ ਭਰੇ ਨੇ, ਉੱਥੇ ਵੀ ਕੰਮ ਕਰਕੇ ਭਰੇ ਆ ਤੇ ਇੱਥੇ ਵੀ ਆਪਾਂ ਟੈਕਸ ਭਰ ਰਹੇ ਆ। ਇਹ ਰਿਸਕ ਫੈਕਟਰ ਤਾਂ ਹੋਣਾ ਨਹੀਂ ਚਾਹੀਦਾ ਜੀ। ਰਿਸਕ ਫੈਕਟਰ ਹੋਣਾ ਨਹੀਂ ਚਾਹੀਦਾ। ਸੋ ਸਕਿਲਡ ਵਰਕਰ ਜਿਹੜੇ ਲੰਬੇ ਸਮੇਂ ਤੋਂ 2.5 ਸਾਲਾਂ ਤੋਂ ਇੱਥੇ ਮੌਜੂਦ ਨੇ, ਕੰਮ ਕਰ ਰਹੇ ਆ, ਵਰਕ ਪਰਮਿਟ ਉਹਨਾਂ ਦੇ ਖਤਮ ਹੋਣ ਦੀ ਕਗਾਰ ਤੇ ਨੇ। ਸੋ ਮੈਨੀਟੋਬਾ ਇਜ਼ ਅਵਰ ਹੋਮ। ਸੋ ਦੇਖ ਸਕਦੇ ਆ ਇਹ ਨੌਬਤ ਆ ਗਈ ਹੈ ਹੁਣ ਲਿਖਣ ਦੀ ਕਿ ਮੈਨੀਟੋਬਾ ਇਜ਼ ਅਵਰ ਹੋਮ। ਸੋ ਦੱਸਣਾ ਪੈ ਰਿਹਾ। ਸੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਪਲਕ ਗੁਪਤਾ। ਸੋ ਤੁਸੀਂ ਵੀ ਸਕਿਲਡ ਵਰਕਰ ਐਜ਼ ਇੱਥੇ? ਨਹੀਂ, ਮੈਂ ਐਕਚੁਅਲੀ ਐਜ਼ ਅ ਸਕਿਲਡ ਵਰਕਰ ਮੈਨੀਟੋਬਾ ਦੇ ਵਿੱਚ ਆਈ ਸੀ ਅੱਜ ਤੋਂ 10 ਸਾਲ ਪਹਿਲਾਂ, ਪਰ ਹੁਣ ਮੈਂ ਇੱਕ ਸਿਟੀਜ਼ਨ ਆ। ਪਰ ਬਿਕਾਜ਼ ਮੈਂ ਵੀ ਇਹਨਾਂ ਦੇ ਜਿੱਦਾਂ ਇਹ ਅੱਜ ਪੀਆਰ ਲਈ ਉਹ ਕਰ ਰਹੇ ਨੇ ਉਦਾਂ ਹੀ ਮੈਂ ਵੀ ਸਟਰਗਲ ਕੀਤਾ ਸੀਗਾ। 10 ਸਾਲ ਤੁਸੀਂ ਪਹਿਲਾਂ ਇੱਥੇ ਆਏ ਸੀ। ਸੋ ਕੀ ਲੱਗਦਾ ਤੁਹਾਨੂੰ ਉਹ ਵਕਤ ਤੇ ਅੱਜ ਵਕਤ ਦਾ ਜਿਹੜਾ ਕਿੰਨਾ ਕੁ ਫਰਕ ਤੁਸੀਂ ਮਹਿਸੂਸ ਕਰਦੇ ਹੋ ਜਦੋਂ ਇਸ ਤਰੀਕੇ ਦਾ ਪ੍ਰੋਟੈਸਟ ਤੁਸੀਂ ਦੇਖਦੇ ਹੋ? ਤੁਹਾਨੂੰ ਵੀ ਕਿਤੇ ਲੱਗਿਆ ਵੀ ਹਾਂ ਸਾਨੂੰ ਲਿਖਣਾ ਪਿਆ ਹੋਵੇ ਵੀ ਵਾਂਟ ਟੂ ਸਟੇ ਹੇਅਰ? ਦੇਖੋ ਵੀਰੇ, ਜਦੋਂ 10 ਸਾਲ ਪਹਿਲਾਂ ਆਈ ਸੀ ਤਾਂ ਮੈਨੀਟੋਬਾ ਇੰਨਾ ਪਪੂਲਰ ਨਹੀਂ ਸੀਗਾ। ਮੈਨੂੰ ਕਿਸੇ ਏਜੰਟ ਨੇ ਨਹੀਂ ਦੱਸਿਆ ਕੋਈ ਮੈਨੀਟੋਬਾ ਨਾਮ ਦੀ ਪ੍ਰੋਵਿੰਸ ਵੀ ਹੈਗੀ ਆ। ਠੀਕ ਹੈ ਜੀ। ਮੈਨੂੰ ਕੈਨੇਡਾ ਆਉਣ ਤੋਂ ਬਾਅਦ ਜਦੋਂ ਮੇਰੇ ਫਰੈਂਡਸ ਇੱਥੇ ਮੂਵ ਹੋਏ ਮੈਨੂੰ ਉਦੋਂ ਪਤਾ ਲੱਗਿਆ। ਹੁਣ ਅੱਜ ਕੱਲ੍ਹ ਲੋਕ ਅਵੇਅਰ ਨੇ ਇਹਨਾਂ ਚੀਜ਼ਾਂ ਦੇ, ਪ੍ਰੋਵਿੰਸਸ ਦੇ ਅਵੇਅਰ ਨੇ, ਪਰ ਪ੍ਰੋਬਲਮ ਉੱਥੇ ਹੀ ਆ ਜਾਂਦੀ ਆ ਵੀ ਮੈਨੀਟੋਬਾ ਦਾ ਇਨਫਰਾਸਟ੍ਰਕਚਰ ਜਿਹੜਾ ਮੈਂ 10 ਸਾਲ ਤੋਂ ਗੱਲ ਕਰਾਂ, ਮੈਂ 10 ਸਾਲਾਂ ਦੇ ਵਿੱਚ ਮੈਨੀਟੋਬਾ ਦਾ ਇਨਫਰਾਸਟ੍ਰਕਚਰ ਇੰਨਾ ਚੇਂਜ ਹੁੰਦਾ ਨਹੀਂ ਦੇਖਿਆ। ਤੇ ਮੈਨੀਟੋਬਾ ਦੇ ਵਿੱਚ ਜਿਹੜੇ ਸਿੱਧੇ ਸਟੂਡੈਂਟ ਆਉਣਾ ਵੀ ਚਾਹੁੰਦੇ ਨੇ ਉਹਨਾਂ ਨੂੰ ਐਡਮਿਸ਼ਨਸ ਹੀ ਨਹੀਂ ਮਿਲਦੀਆਂ ਕਿਉਂਕਿ ਇੱਥੇ ਕਾਲਜਸ ਹੀ 4 ਨੇ, ਹਨਾ। ਹੁਣ ਉਹ ਕਿੰਨੇ ਅਕੋਮੋਡੇਟ ਕਰ ਸਕਦੇ ਆ। ਸੋ ਜੇ ਆਪਾਂ ਕੈਨੇਡਾ ਆਉਂਦੇ ਆ, ਆਪਾਂ ਕੈਨੇਡਾ ਇਮੀਗ੍ਰੇਸ਼ਨ ਦੇ ਥਰੂ ਆਉਂਦੇ ਆ ਇਹ ਕਹਿ ਕੇ ਵੀ ਆਪਾਂ ਕੈਨੇਡਾ ਚੱਲੇ ਆ। ਹੁਣ ਇੱਕ ਪ੍ਰੋਵਿੰਸ ਜੇ ਤੁਹਾਨੂੰ ਕਹਿੰਦੀ ਆ ਵੀ ਤੁਸੀਂ ਹੋਰ ਪ੍ਰੋਵਿੰਸ ਪੜ੍ਹੇ ਹੋ ਤਾਂ ਉਹ ਚੀਜ਼ ਸਹੀ ਨਹੀਂ ਆ, ਬਿਕਾਜ਼ ਉਸ ਬੱਚੇ ਨੇ ਤਾਂ ਕੈਨੇਡਾ ਦੀ ਇਕਨੋਮੀ 'ਚ ਬੇਸਿਕਲੀ ਕੰਟਰੀਬਿਊਟ ਕੀਤਾ ਨਾ। ਜਿਹੜੀ ਫੀਸ ਆ ਉਹ ਵੀ ਕੈਨੇਡੀਅਨ ਗਵਰਨਮੈਂਟ ਨੂੰ ਗਈ ਆ, ਜਿਹੜੇ ਟੈਕਸ ਨੇ ਉਹ ਵੀ ਕੈਨੇਡੀਅਨ ਗਵਰਨਮੈਂਟ ਨੂੰ ਗਏ ਆ। ਤਾਂ ਆਈ ਥਿੰਕ ਕਿਤੇ ਨਾ ਕਿਤੇ ਮੈਨੀਟੋਬਾ ਇਨਫਰਾਸਟ੍ਰਕਚਰ ਦੇ ਵਿੱਚ ਲੈਕ ਕਰ ਰਿਹਾ, ਜਿਹਦੇ ਕਰਕੇ ਇਹ ਦਿੱਕਤ ਅੱਜ ਬੱਚਿਆਂ ਨੂੰ ਫੇਸ ਕਰਨੀ ਪੈ ਰਹੀ ਆ, ਜਿੰਦੇ ਕਰਕੇ ਇਹ ਰਿਸਕ ਫੈਕਟਰਸ ਕਹਿ ਰਹੇ ਨੇ। ਸੋ ਰੈਦਰ ਦੈਨ ਫੈਡਰਲ ਗਵਰਨਮੈਂਟ ਨਾਲੋਂ ਤੁਸੀਂ ਪ੍ਰੋਵਿੰਸ ਗਵਰਨਮੈਂਟ ਨੂੰ ਵੱਧ ਕਸੂਰਵਾਰ ਮੰਨਦੇ ਹੋ? ਅਸੀਂ ਐਕਚੁਅਲੀ ਦੋਨਾਂ ਨੂੰ ਹੀ ਕਰਦੇ ਹਾਂ। ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਵਿੱਚ ਅਸੀਂ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਇਹਨਾਂ ਨੇ ਕੋਈ ਟਰਾਂਸਪੇਰੈਂਸੀ ਨਹੀਂ ਰੱਖੀ। ਜੇ ਸ਼ੁਰੂ ਤੋਂ ਹੀ ਇਹਨਾਂ ਬੱਚਿਆਂ ਨੂੰ ਕਹਿ ਦਿੰਦੇ ਕਿ ਸਾਡੇ ਕੋਲ ਨਾ ਆਓ, ਸਾਡਾ ਕੋਟਾ ਪੂਰਾ ਹੈ, ਤਾਂ ਬੱਚੇ ਨਾ ਆਉਂਦੇ, ਆਪਦਾ ਕੁਝ ਹੋਰ ਪ੍ਰੋਗਰਾਮ ਦੇਖ ਲੈਂਦੇ। ਪ੍ਰੋਵਿੰਸ਼ੀਅਲ ਗਵਰਨਮੈਂਟ ਕਹਿੰਦੀ ਆ ਕਿ ਅਸੀਂ ਬੱਚਿਆਂ ਨੂੰ ਬੁਲਾਉਂਦੇ ਆ ਤੇ ਉਸ ਤੋਂ ਬਾਅਦ ਪੀਆਰ ਲੈਣ ਇਹਨਾਂ ਦਾ ਆਪਦਾ ਇੱਕ ਇਹਨਾਂ ਨੂੰ ਆਪ ਜ਼ਰੀਆ ਬਣਾਉਣਾ ਪੈਂਦਾ। ਹੁਣ ਠੀਕ ਆ, ਪ੍ਰੋਵਿੰਸ਼ੀਅਲ ਗਵਰਨਮੈਂਟ ਫੈਡਰਲ ਗਵਰਨਮੈਂਟ ਬੁਲਾਈ ਤੇ ਜਾਂਦੀ ਆ, ਪਰ ਹੁਣ ਜੇ ਪ੍ਰੋਵਿੰਸਸ ਉਹਦੇ ਵਿੱਚ ਸਪੋਰਟ ਹੀ ਨਹੀਂ ਕਰਨਗੀਆਂ ਤਾਂ ਬੱਚੇ ਜਾਣਗੇ ਕਿੱਥੇ? ਬਿਲਕੁਲ, ਜੇ ਪ੍ਰੋਵਿੰਸ ਉਹਦੇ ਵਿੱਚ ਸਪੋਰਟ ਨਹੀਂ ਕਰੇਗੀ ਤਾਂ ਜਾਣਗੇ ਕਿੱਥੇ? ਸੋ ਇੱਕ ਸਵਾਲ ਹੋਰ ਵੀ ਹੈ ਕਿ ਇੱਕ ਆਪਾਂ ਐਜ਼ ਆ ਸਕਿਲਡ ਜਿਹੜੇ ਵਰਕਰ ਅਸੀਂ ਉਹਨਾਂ ਦੇ ਤੌਰ ਤੇ ਆਪਾਂ ਤੁਹਾਡੇ ਨਾਲ ਹੁਣ ਗੱਲ ਕੀਤੀ ਹੈ, ਤੁਹਾਡਾ ਰਿਵਿਊ ਆਪਾਂ ਸੁਣਿਆ। ਸੋ ਇੱਥੇ ਆਉਣ ਤੋਂ ਪਹਿਲਾਂ ਮੇਰੀ 4-5 EMPLOYERS ਦੇ ਨਾਲ ਵੀ ਗੱਲ ਹੋਈ ਜਿਹੜੇ ਇੱਕ ਲੰਬੇ ਸਮੇਂ ਤੋਂ MPNP ਸਿਸਟਮ ਦੇ ਵਿੱਚ ਵੀ ਇਨਰੋਲਮੈਂਟ ਰੱਖਦੇ ਆ ਤੇ ਉਹਨਾਂ ਦੇ ਕੋਲੇ ਕਾਫੀ ਜਿਹੜੇ ਸਕਿਲਡ ਵਰਕਰ ਕੰਮ ਅੱਜ ਵੀ ਕਰ ਰਹੇ ਆ, ਬਹੁਤ ਸਾਰੇ ਕਰਕੇ ਗਏ ਵੀ ਆ ਤੇ ਉਹਨਾਂ ਦੇ ਥਰੂ ਜਿਹੜੇ PR ਹੈ ਉੱਥੋਂ ਤੱਕ ਵੀ ਪਹੁੰਚੇ ਆ। ਸੋ ਬੇਸਿਕਲੀ ਜਿਹੜਾ ਉਹਨਾਂ ਦਾ ਇੱਕ ਸਵਾਲ ਮੈਨੂੰ ਵੀ ਸੀਗਾ ਉਹ ਇਹੀ ਸੀ ਕਿ ਅਸੀਂ ਕੀ ਕਰੀਏ ਜੇ PR ਆਉਣ ਤੋਂ ਸਿਰਫ 2 ਘੰਟੇ ਬਾਅਦ ਬੱਚਾ ਇਹ ਫੋਨ ਕਰਕੇ ਕਹਿੰਦਾ ਜੀ ਮੈਂ ਕੰਮ ਛੱਡ ਕੇ ਜਾ ਰਿਹਾ।
ਹਾਂਜੀ, ਉਹਦੇ 'ਚ ਦੇਖੋ ਕਾਫੀ ਇਸ਼ੂ ਆ ਜਾਂਦੇ ਆ। ਜੇ ਕੋਈ 10 ਬੰਦਿਆਂ ਦੀ ਪੀਆਰ ਹੋ ਰਹੀ ਆ, ਇਹ ਨਹੀਂ ਕਹਿ ਸਕਦੇ ਕੋਈ 10 ਦੇ 10 ਹੀ ਆਪਣੇ EMPLOYER ਨਾਲ ਇਸ ਤਰ੍ਹਾਂ ਕਾਲ ਕਰਕੇ ਉਹਨਾਂ ਨੂੰ ਕਹਿ ਰਹੇ ਆ। ਉਹਦੇ 'ਚ ਕਈ ਫੈਕਟਰ ਆ। ਇੱਕ ਤੇ ਕਈ ਵਾਰੀ ਕੀ ਹੁੰਦਾ ਕਿ EMPLOYERS ਵੱਲੋਂ ਕਈ ਵਾਰ ਜਦੋਂ ਉਹ ਬੰਦਾ ਕੰਮ ਕਰਦਾ, ਇਹ ਨਾ ਕਈ ਵਾਰੀ ਐਕਸਪਲੋਇਟ ਹੋ ਜਾਂਦੇ ਆ ਕਿ ਉਹਨਾਂ ਨੂੰ ਬਸ ਇਹ ਵੇਟ ਹੁੰਦੀ ਕਿ ਅਸੀਂ ਛੇਤੀ ਕੰਮ ਬਦਲਣਾ। ਜੇ ਉਹ ਹੈਪੀ ਵਰਕਰ ਹੋਊਗਾ ਤੇ ਉਹ ਹੈਪੀ EMPLOYER ਹੋਊਗਾ, ਠੀਕ ਹੈ। ਸੋ ਬੋਥ ਵੇਜ਼ ਗੱਲ ਚੱਲਦੀ ਹੈ। ਜੇ EMPLOYER ਖੁਸ਼ ਆ ਤੇ EMPLOYE ਵੀ ਖੁਸ਼ ਆ, ਤੇ EMPLOYE ਖੁਸ਼ ਆ ਤੇ EMPLOYER ਖੁਸ਼ ਆ। ਸੋ ਉਹਨਾਂ ਨੂੰ ਇੱਕ ਆਈ ਥਿੰਕ ਉਹ ਇੱਕ ਉਹਨਾਂ ਦਾ ਆਪ ਦਾ ਵੀ ਕਈ ਵਾਰੀ ਹੋ ਜਾਂਦਾ, ਕਿਉਂਕਿ ਸਾਡੀ ਵੀ ਡਿਸਕਸ਼ਨ ਕਈ ਵਾਰੀ ਹੁੰਦੀ ਆ ਕਿ ਕਈ ਜਿਹੜੇ EMPLOYEES ਆ ਇਸ ਵਕਤ PNP ਜਾਂ PR ਲੈਣ ਦਾ ਜਿਹੜਾ ਰਾਹ ਦੇ ਥਰੂ ਗੁਜ਼ਰ ਰਹੇ ਆ, ਉਹਨਾਂ ਨੂੰ ਵੀ ਕਿੰਨੇ ਚੈਲੰਜਸ ਦੇ ਥਰੂ ਜਾਣਾ ਪੈ ਰਿਹਾ ਆਪਣੇ EMPLOYER ਦੇ ਨਾਲ, ਕਿਉਂਕਿ ਕਈ ਵਾਰ EMPLOYER ਤੋਂ ਪੈਸੇ ਘੱਟ ਮਿਲਦੇ ਆ, ਉਹਨਾਂ ਨੂੰ ਕੰਮ ਜ਼ਿਆਦਾ ਕਰਾਇਆ ਜਾਂਦਾ। ਕਈ ਵਾਰ ਉਹਨਾਂ ਤੋਂ ਅਨਪੇਡ ਕੰਮ ਵੀ ਕਰਾਇਆ ਜਾਂਦਾ ਕਿ ਐਕਸਟਰਾ ਕੰਮ ਕਰਾ ਲਓ, ਠੀਕ ਹੈ। ਉਹਨਾਂ ਨੂੰ ਬਾਅਦ ਵਿੱਚ ਹਰਾਸ ਇਸ ਗੱਲੋਂ ਵੀ ਕੀਤਾ ਜਾਂਦਾ ਕਿ ਤੁਹਾਨੂੰ ਅਸੀਂ ਲੈਟਰ ਨਹੀਂ ਦੇਵਾਂਗੇ, ਤੁਹਾਨੂੰ ਉਹ ਨਹੀਂ ਕਰਾਂਗੇ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨਾ ਇੱਕ ਕਮਿਊਨਿਟੀ ਲੈਵਲ ਤੇ ਆਪਾਂ ਸਾਰਿਆਂ ਨੂੰ ਸੋਚਣੀਆਂ ਚਾਹੀਦੀਆਂ ਕਿ ਇਹ ਦੇਖੋ, ਇਹ ਇਨਸਾਨੀਅਤ ਦੇ ਨਾਂ ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਕਿਸੇ ਨਾਲ ਨਹੀਂ ਕਰਨੀਆਂ ਚਾਹੀਦੀਆਂ, ਕਿਉਂਕਿ ਕੰਮ ਵੀ ਚੱਲਦੇ ਰਹਿਣੇ ਆ, ਇੱਥੇ ਲੋਕ ਵੀ ਆਉਂਦੇ ਰਹਿਣੇ ਆ। ਪਰ ਆਈ ਥਿੰਕ ਉਹਦੇ ਨਾਲ ਇੱਕ ਉਹਦੇ 'ਚ ਇੱਕ ਦੂਜਾ ਫੈਕਟਰ ਇਹ ਵੀ ਆ, ਹਾਂ ਵੀ ਕਈ ਵਾਰ ਲੋਕ ਮੂਵ ਹੋ ਜਾਂਦੇ, ਠੀਕ ਹੈ, ਦੂਜੇ ਦਿਨ ਕਰਤਾ। ਇੱਕ ਏਜ ਫੈਕਟਰ ਵੀ ਜਿਹੜਾ ਨਾ, ਸਟੂਡੈਂਟ ਜਿਹੜੇ ਆ ਜਾਂ ਵਰਕਰ ਆ, ਉਹ ਕਾਫੀ ਯੰਗ ਏਜ 'ਚ ਆ। ਜਦੋਂ ਕੋਈ ਮੰਨ ਲਓ ਕੋਈ ਵੱਡੀਆਂ ਬਿਲਡਿੰਗਾਂ ਵਾਲੇ ਸ਼ਹਿਰ 'ਚ ਰਹਿ ਕੇ ਆਇਆ ਹੋਵੇ, ਉਹਨੂੰ ਵਿਨੀਪੈਗ ਇੱਕ ਪਿੰਡ ਵਰਗਾ ਲੱਗਦਾ। ਉਹ ਇੱਕ ਵਾਰੀ ਕਹਿੰਦਾ ਕਿ ਮੈਂ ਚੱਲਿਆ ਵਾਪਸ, ਉਹ ਵਾਪਸ ਚਲ ਜਾਂਦੇ ਆ। ਉੱਥੇ ਮੈਨੂੰ ਲੱਗਦਾ ਕਿ 2-3 ਸਾਲ ਲਾਉਣ ਤੋਂ ਬਾਅਦ ਜਦੋਂ ਉਹਨਾਂ ਨੂੰ ਇਹ ਲੱਗਦਾ ਕਿ ਹੁਣ ਅਸੀਂ ਵਿਆਹ ਕਰਾਉਣੇ ਆ, ਫੈਮਲੀਆਂ ਰੇਜ਼ ਕਰਨੀਆਂ, ਉਹ ਉੱਥੇ ਬੇਸਮੈਂਟਾਂ ਹੀ ਨਹੀਂ ਹੋਣੀਆਂ। ਉਹਨਾਂ ਨੇ ਸੋਚਣਾ ਕਿ ਅਸੀਂ ਆਪਦਾ ਘਰ ਲਈਏ। ਉਹਨਾਂ ਨੇ ਫਿਰ ਇਹਨਾਂ ਪ੍ਰੋਵਿੰਸਾਂ ਵੱਲ ਨੂੰ ਹੀ ਰੁੱਖ ਕਰਨਾ, ਕਿਉਂਕਿ GT ਏਰੀਆ ਦੇ ਵਿੱਚ ਜਿਹੜਾ ਕੋਈ ਅੱਜ ਕੱਲ੍ਹ ਨਵਾਂ ਜਿਹੜਾ ਆ ਰਿਹਾ, ਇੱਕ ਇੱਥੇ ਫਰੈਸ਼ ਗ੍ਰੈਜੂਏਟ ਹੋ ਕੇ ਜੌਬ ਕਰਕੇ ਲੈ ਰਿਹਾ, ਉਹਦੇ ਲਈ ਘਰ ਲੈਣਾ ਉੱਥੇ ਕਾਫੀ ਲੰਬੇ ਜਰਨੀ ਆ। ਇੱਥੇ ਜਿਹੜਾ ਉਹ ਛੇਤੀ ਮਿਲ ਜੂ। 5 ਮਿੰਟ ਪਹਿਲਾਂ ਮੈਂ ਇੱਕ ਸਵਾਲ ਕੀਤਾ ਸੀ ਕਿ ਇੱਕ ਰਿਸਕ ਫੈਕਟਰ ਹੈ, ਸ਼ਾਇਦ ਤੁਹਾਨੂੰ ਕੀਤਾ ਸੀ। ਸੋ ਤੁਸੀਂ ਇੱਥੇ ਵਿਨੀਪੈਗ ਪਿੰਡ ਦੀ ਗੱਲ ਕੀਤੀ ਹੈ ਕਿ ਵਿਨੀਪੈਗ ਪਿੰਡ ਹੈ, ਉਸ ਤੋਂ ਬਾਅਦ ਮੂਵ ਹੋ ਜਾਂਦੇ ਆ। ਸੋ ਕਿਤੇ ਨਾ ਕਿਤੇ ਉਹ ਰਿਸਕ ਫੈਕਟਰ ਹੈ ਨਹੀਂ ਫਿਰ ਉਹ? ਯਾਰ ਨਹੀਂ, ਦੇਖੋ ਮੈਂ ਇਹ ਨਹੀਂ ਕਹਿੰਦਾ ਵਿਨੀਪੈਗ ਪਿੰਡ ਹੈ। ਵਿਨੀਪੈਗ ਮੈਂ ਖੁਦ ਸਟੱਡੀ ਕਰਕੇ ਆਇਆ ਸੀ ਓਨਟਾਰੀਓ ਦੇ ਵਿੱਚ, ਤੇ ਮੈਨੂੰ 10 ਸਾਲ ਤੋਂ ਵੱਧ ਟਾਈਮ ਹੋ ਗਿਆ ਵਿਨੀਪੈਗ 'ਚ ਰਹਿੰਦੇ। ਮੈਂ ਇੱਥੇ ਆ ਕੇ PNP ਲਈ, ਇੱਥੇ ਹੁਣ ਮੈਂ ਸਿਟੀਜ਼ਨ ਆ, ਮੈਂ ਨਹੀਂ ਮੂਵ ਹੋ ਗਿਆ, ਰਾਈਟ। ਸੋ ਇਹ ਦੇਖੋ ਹਰ ਤਰ੍ਹਾਂ ਦੇ ਲੋਕ ਹੁੰਦੇ ਆ। ਅੱਜ ਤੋਂ ਇਹ ਜਿਹੜੇ ਨਵੇਂ ਜਿਹੜਾ ਇਸ਼ੂ ਹੈ, ਇਦਾਂ ਲੱਗ ਰਿਹਾ ਆਪਾਂ ਨੂੰ ਕਿ ਸ਼ਾਇਦ ਹੁਣ ਮੂਵ ਹੋਣੇ ਸ਼ੁਰੂ ਹੋ ਗਏ ਆ। ਇਹ ਤੁਸੀਂ ਅੱਜ ਕੋਈ ਵੀ ਡੇਟਾ ਖੋਲ ਕੇ ਦੇਖ ਲਓ ਮੈਨੀਟੋਬਾ PNP ਦਾ, ਉਹਦੇ 'ਚ ਹਮੇਸ਼ਾ ਹੀ ਜਿਹੜਾ ਇਹਨਾਂ ਦਾ ਰਿਟੈਂਸ਼ਨ ਰੇਟ ਹੈ 100% ਕਦੀ ਵੀ ਨਹੀਂ ਸੀ ਹੈਗਾ। ਜੇ ਕੋਈ ਸਿੱਧਾ ਇੰਡੀਆ ਤੋਂ ਜਾਂ ਕਿਸੇ ਹੋਰ ਕੰਟਰੀ ਤੋਂ ਸੱਦ ਰਿਹਾ, ਉਹ ਵੀ ਬੰਦਾ ਇੱਥੇ ਆ ਕੇ PR ਹੋਣ ਤੋਂ ਬਾਅਦ 1-2 ਸਾਲਾਂ ਬਾਅਦ ਇੱਥੋਂ ਚਲੇ ਜਾਂਦਾ ਸੀ। ਹਰੇਕ ਕਿਸੇ ਦੇ ਆਪਣੇ ਪਰਸਨਲ ਰੀਜ਼ਨ ਹੈ, ਕਈਆਂ ਦੀ ਕੋਈ ਫੈਮਿਲੀ ਮੈਂਬਰ ਕਿਤੇ ਹੋ ਰਿਹਾ, ਕਈਆਂ ਦੇ ਕੋਈ ਬਿਜ਼ਨਸ ਦਾ ਰੀਜ਼ਨ ਆ, ਕਿਸੇ ਕੰਮ ਦਾ ਰੀਜ਼ਨ ਹੈ, ਹਰ ਕਿਸੇ ਦੇ ਹੋ ਸਕਦੇ। ਈਵਨ ਕਿ ਜਿਹੜੇ ਇੱਥੋਂ ਦੇ ਬੋਰਨ ਆ, ਉਹ ਕਿੰਨੇ ਕੁ ਲੋਕ ਇੱਥੇ ਰਹਿੰਦੇ? ਇਕੱਲੇ ਸਕਿਲਡ ਵਰਕਰ ਨਹੀਂ ਕਹਿ ਸਕਦੇ। ਨਹੀਂ, ਇਹ ਸਾਰੇ ਦੇਖੋ, ਮੈਂ ਇੱਥੋਂ ਦੇ ਬੋਰਨ ਲੋਕਾਂ ਨੂੰ ਜਾਣਦਾ ਜਿਨ੍ਹਾਂ ਦੇ ਬੱਚੇ ਜਿਹੜੇ ਆ, ਕਿਸੇ ਦੇ ਬੱਚੇ ਓਨਟਾਰੀਓ 'ਚ ਪੜ੍ਹ ਰਹੇ ਆ, ਉੱਥੇ ਰਹਿ ਰਹੇ ਆ, ਉਹ ਉੱਥੇ ਜੌਬਾਂ ਕਰਨਾ ਚਾਹੁੰਦੇ। ਇਹ ਦੇਖੋ ਹਰ ਕਿਸੇ ਦੀ ਪਰਸਨਲ ਚੋਇਸ ਵੀ ਆ, ਇੱਕ ਚਾਰਟਰ ਰਾਈਟ ਵੀ ਆ। ਕੈਨੇਡਾ ਦੇ ਵਿੱਚ ਰਾਈਟ ਆਫ ਮੋਬਿਲਿਟੀ ਆ ਕਿ ਬੰਦਾ ਜਿੱਥੇ ਜਾ ਕੇ ਮਰਜ਼ੀ ਰਹਿ ਸਕਦਾ। ਇੱਕ ਇੱਕ ਆਪਣੇ ਵੱਲੋਂ ਇੰਨਾ ਜ਼ਰੂਰ ਕਰ ਸਕਦੇ ਆ, ਤੇ ਸਾਡਾ ਵੀ ਸਾਰਿਆਂ ਨੂੰ ਇਹੀ ਇੱਕ ਰਿਕੁਐਸਟ ਆ ਕਿ ਜਿਹੜੇ ਵੀ PNP ਲੈ ਰਹੇ ਆ, ਜਿਹੜੀ ਚੀਜ਼ ਦਾ ਇੱਕ ਕਾਫੀ ਇਸ਼ੂ ਬਣਾਇਆ ਜਾਂਦਾ ਕਿ ਸਾਰੇ ਮੂਵ ਹੋ ਜਾਂਦੇ ਆ, ਮੂਵ ਨਾ ਹੋ। ਜੇ ਤੁਹਾਡਾ ਦੇਖੋ ਸਰਦਾ ਵਾ ਕਿ ਤੁਹਾਨੂੰ ਉਹੀ ਕੰਮ ਆ, ਉਹੀ ਕੁਛ ਆ, ਐਂਡ ਆਫ ਦਾ ਡੇ ਸਾਲ ਤੋਂ ਬਾਅਦ ਉਨੀ ਕੀ ਇਨਕਮ ਜਿਹੜੀ ਮਰਜ਼ੀ ਪ੍ਰੋਵਿੰਸ ਚੱਲ ਜਾਓ ਉੱਥੇ ਬਚਦੀ ਆ। ਇਹ ਨਹੀਂ ਕੁਛ ਹੈਗਾ ਕਿ ਤੁਸੀਂ ਕਿਤੇ ਜਾ ਕੇ ਜ਼ਿਆਦਾ ਪੈਸੇ ਬਚਾ ਲਓਗੇ। ਤੇ ਜਿਹੜੀ ਪ੍ਰੋਵਿੰਸ ਨੇ ਤੁਹਾਨੂੰ ਜੇ ਇੱਕ PR ਦਿੱਤੀ ਆ, ਤੁਸੀਂ ਉਹਦੇ 'ਚ ਰਹੋ, ਉਹਦੀ ਇਕਨੋਮੀ ਨੂੰ ਸਪੋਰਟ ਕਰੋ। ਇਸ ਤੋਂ ਵੱਧ ਆਪਾਂ ਕਿਸੇ ਨੂੰ ਹੱਥੋਂ ਨਹੀਂ ਫੜ ਸਕਦੇ, ਇੱਕ ਰਿਕੁਐਸਟ ਕਰ ਸਕਦੇ ਹਾਂ, ਠੀਕ ਹੈ। ਸੋ ਇੱਕ ਰਿਕੁਐਸਟ ਕਰ ਸਕਦੇ ਹਾਂ, ਕਿਉਂਕਿ ਇਸ ਪ੍ਰੋਵਿੰਸ ਦੇ ਵਿੱਚ ਉਹ ਆਏ ਆ, ਇਸ ਪ੍ਰੋਵਿੰਸ ਦੇ ਵਿੱਚ ਉਹਨਾਂ ਨੇ ਆ ਕੇ PR ਲੈਣ ਬਾਰੇ ਸੋਚਿਆ। ਸੋ ਜਿੱਥੇ ਅਸੀਂ PR ਲੈਣ ਬਾਰੇ ਸੋਚਿਆ, ਗਾਂ ਨੂੰ ਉੱਥੇ ਵੀ ਆਪਾਂ ਰਹਿ ਕੇ ਉਸ ਪ੍ਰੋਵਿੰਸ ਦਾ ਹੋਰ ਫਾਇਦਾ ਕਰ ਸਕੀਏ, ਹੋਰ ਉਹਦੀ ਜਿਹੜੀ ਇਕਨੋਮੀ ਉਹਦੇ ਵਿੱਚ ਆਪਾਂ ਯੋਗਦਾਨ ਪਾ ਸਕੀਏ। ਸੋ ਬਾਈ ਨੇ ਬੈਨਰ ਫੜਿਆ ਹੋਇਆ, ਮੈਨੀਟੋਬਾ ਇਜ਼ ਆਵਰ ਹੋਮ। ਸੋ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਕੀ ਨਾਮ ਹੈ ਜੀ? ਪ੍ਰਿੰਸ ਭਾਟੀਆ। ਸੋ ਪ੍ਰਿੰਸ ਭਾਟੀਆ ਜੀ, ਤੁਹਾਡੇ ਹੱਥਾਂ ਦੇ ਵਿੱਚ ਮੈਨੀਟੋਬਾ ਇਜ਼ ਆਵਰ ਹੋਮ ਦਾ ਬੈਨਰ ਫੜਿਆ ਹੋਇਆ। ਸੋ ਆਖਰੀ ਸਵਾਲ ਹੈ, ਤੁਹਾਨੂੰ ਕੀ ਲੱਗਦਾ ਕਿ ਕੀ ਕਨਕਲੂਜਨ ਕੱਢਿਆ ਜਾ ਸਕਦਾ ਹੈ ਸਾਰੀ ਦੀ ਸਾਰੀ ਪ੍ਰੋਟੈਸਟ ਦਾ, ਜਿਹੜੀ ਉਹਦਾ ਕੀ ਕਨਕਲੂਜਨ ਕੱਢਿਆ ਜਾ ਸਕਦਾ? ਕਨਕਲੂਜਨ ਵੀਰੇ ਇਹ ਕੱਢਿਆ ਜਾ ਸਕਦਾ ਕਿ ਜਿਹੜੇ ਆਪਣੇ ਇੱਥੇ ਸਕਿਲਡ ਵਰਕਰਸ ਜਿਹੜੇ ਹੋਰ ਪ੍ਰੋਵਿੰਸਾਂ ਤੋਂ ਮੂਵ ਹੋਏ ਆ, ਉਹ ਰਹਿਣਾ ਚਾਹੁੰਦੇ ਆ। ਕਿਉਂਕਿ ਜੇ ਆਪਾਂ ਦੇਖੀਏ, ਹਰੇਕ ਜੇ ਕੋਈ ਨਵੀਂ ਚੀਜ਼ ਨੂੰ ਅਡਾਪਟ ਕਰਨਾ ਹੋਵੇ ਉਹਨੂੰ ਟਾਈਮ ਲੱਗਦਾ ਹੈ। ਸਾਨੂੰ ਆਲਮੋਸਟ 2 ਸਾਲ ਹੋ ਗਏ ਇੱਥੇ ਨੂੰ। ਪਹਿਲੇ ਸਾਲ ਸਾਨੂੰ ਬਹੁਤ ਡਿਫਿਕਲਟ ਲੱਗਦਾ ਸੀ ਇੱਥੇ, ਬਟ ਹੁਣ ਸਾਡਾ ਲਿੰਕ ਬਣਿਆ ਹੋਇਆ, ਆਪਸ ਫਰੈਂਡਸ ਇੱਥੇ ਆ, ਜੌਬਸ ਸਾਡੀਆਂ ਸਟੇਬਲ ਹੈਗੀਆਂ। ਤਾਂ ਹੁਣ ਜੇ ਅਸੀਂ
ਫੋਰਸਡ ਆਊਟ ਹੁੰਦੇ ਆ ਮੂਵ ਆਊਟ ਕਰਨ 'ਚ, ਤਾਂ ਅੱਗੇ ਜਾ ਕੇ ਸਾਨੂੰ ਬਹੁਤ ਮੁਸ਼ਕਿਲ ਆ ਰਹੀਆਂ ਵੀ ਰਹਿਣਾ ਕਿੱਥੇ ਆ, ਕੰਮ ਕਿੱਥੇ ਲੱਭਾਂਗੇ, ਹੈ ਨਾ, ਅਕੋਮੋਡੇਸ਼ਨ। ਸੋ ਹੁਣ ਆਪਾਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਵੀ ਕੋਈ ਹੀਲਾ ਕੱਢਿਆ ਜਾਵੇ, ਤੇ ਆਪਾਂ ਰਹਿਣਾ ਚਾਹੁੰਦੇ ਹਾਂ, ਬਸ ਸਾਨੂੰ ਫੋਰਸ ਆਊਟ ਨਾ ਕਰੋ ਮੂਵ ਆਊਟ ਹੋਣ ਲਈ ਇੱਥੋਂ। ਸੋ ਪ੍ਰਿੰਸ ਦਾ ਕਹਿਣਾ ਕਿ ਅਸੀਂ ਰਹਿਣਾ ਚਾਹੁੰਦੇ ਹਾਂ, ਸਾਨੂੰ ਫੋਰਸਲੀ ਮੂਵ ਆਊਟ ਨਾ ਕੀਤਾ ਜਾਵੇ। ਸੋ ਇਹ ਜਿਹੜਾ ਸ਼ਬਦ ਨੇ ਇਹ ਗਲਾ ਭਰਿਆ ਹੋਇਆ ਹੈ ਤੇ ਬਹੁਤ ਸਾਰੀਆਂ ਮਜਬੂਰੀਆਂ, ਬਹੁਤ ਸਾਰੇ ਜਿਹੜੇ ਆਪਾਂ ਕਹਿ ਦਈਏ ਕਿ ਚਾਵਾਂ ਨੂੰ ਦੱਬ ਕੇ ਗੱਲਾਂ ਕਹਿਣੀਆਂ ਕਿ ਮੈਂ ਇੱਥੇ ਰਹਿਣਾ ਚਾਹੁੰਦਾ, ਮੈਨੂੰ ਇੱਥੋਂ ਮੂਵ ਆਊਟ ਨਾ ਕਰੋ। ਸੋ ਕਿਤੇ ਨਾ ਕਿਤੇ ਜਿਹੜੀ ਪ੍ਰੋਵਿੰਸ ਦੀ ਸਰਕਾਰ ਹੈ, ਕਿਤੇ ਨਾ ਕਿਤੇ ਜਿਹੜਾ ਪ੍ਰੋਵਿੰਸ ਦਾ ਰੂਲ ਹੈ ਉਹਦੇ ਵਿੱਚ ਕੀ ਕੁਛ ਚੱਲ ਰਿਹਾ, ਸਰਕਾਰ ਇਹ ਗੱਲ ਬਿਹਤਰ ਜਾਣਦੀ ਹੈ। ਸੋ ਉਹਨਾਂ ਨੂੰ ਹੋਰ ਚੰਗੇ ਤਰੀਕੇ ਦੇ ਨਾਲ ਡੀਲ ਉਹ ਕਰਨ। ਫੈਡਰਲ ਗਵਰਨਮੈਂਟ ਦੇ ਨਾਲ ਕੀ ਗੱਲਬਾਤ ਹੁੰਦੀ ਹੈ, ਪ੍ਰੋਵਿੰਸ ਤੇ ਫੈਡਰਲ ਦਾ ਰੋਲ ਕੀ ਹੈ, ਐਮਪੀਐਨਪੀ ਸਿਸਟਮ ਦੇ ਵਿੱਚ ਜਾਂ ਪੀਆਰ ਸਿਸਟਮ ਦੇ ਵਿੱਚ ਉਹਨੂੰ ਹੋਰ ਸਖਾਲਾ ਇਹਨਾਂ ਸਕਿਲਡ ਵਰਕਰ ਦੇ ਲਈ ਕਿਵੇਂ ਕੀਤਾ ਜਾ ਸਕਦਾ। ਸੋ ਉਹਦੇ ਉੱਤੇ ਬਾਈ ਹੁਣਾਂ ਦਾ ਕਹਿਣਾ ਕਿ ਉਹਨਾਂ ਨੂੰ ਹੋਰ ਚੰਗੇ ਤਰੀਕੇ ਦੇ ਨਾਲ ਜਿਹੜੀ ਹੈ ਜਾਣਕਾਰੀ ਵੈਬਸਾਈਟਾਂ ਉੱਤੇ ਮੁਹੱਈਆ ਕਰਵਾਉਣੀ ਚਾਹੀਦੀ ਹੈ। ਪਹਿਲਾਂ ਬਾਈ ਇੰਦਰਜੀਤ ਹੁਣਾਂ ਨੇ ਗੱਲ ਕੀਤੀ ਹੈ ਤੇ ਹੋਰ ਸਿਖਾਲੇ ਢੰਗ ਲੱਭੇ ਜਾ ਸਕਦੇ। ਸੋ ਬਾਈ ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਤੁਸੀਂ ਜਿਹੜਾ ਵਕਤ ਸਾਨੂੰ ਦਿੱਤਾ, ਤੇ ਕੀ ਸੁਨੇਹਾ ਆਖਰ ਦੇ ਵਿੱਚ ਤੁਸੀਂ ਦੇਣਾ ਚਾਹੋਗੇ? ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਮੀਡੀਆ ਦਾ ਵੀ, ਕਿਉਂਕਿ ਮੀਡੀਆ ਦਾ ਰੋਲ ਵੀ ਬਹੁਤ ਜ਼ਰੂਰੀ ਆ ਕਿ ਜਿਹੜੀ ਸਾਰੇ ਜਿਹੜੇ ਸਕਿਲਡ ਵਰਕਰਾਂ ਦੀ ਆਵਾਜ਼ ਅੱਗੇ ਤੱਕ ਲਿਜਾ ਰਿਹਾ ਜੀ। ਤੇ ਪੰਜਾਬ ਟਾਕਸ ਦਾ ਤੇ ਤੁਹਾਡਾ ਅਰਮਨ ਬਾਈ ਜੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆ ਕੇ ਇਹ ਚੀਜ਼ ਸਾਨੂੰ ਮੌਕਾ ਦਿੱਤਾ ਕਿ ਸਾਰਿਆਂ ਦੀ ਆਵਾਜ਼ ਤੁਸੀਂ ਅੱਗੇ ਲਿਜਾ ਸਕੋ। ਤੇ ਸਾਰਿਆਂ ਦਾ ਐਂਡ 'ਚ ਇਹੀ ਆ ਕਿ ਸਾਰੇ ਜਾਣੇ ਇੱਕ ਦੂਜੇ ਦੀ ਸਪੋਰਟ ਕਰਨ। ਅਸੀਂ ਆਲਰੇਡੀ ਸਿਟੀਜ਼ਨ ਹੈ ਤਾਂ ਵੀ ਸਪੋਰਟ ਕਰ ਰਹੇ ਹਾਂ, ਠੀਕ ਆ। ਇੱਥੇ ਦੇਖੋ ਸਾਰਿਆਂ ਦੇ ਬਿਜ਼ਨੈਸਸ ਨੂੰ ਜਾਂ ਸਾਰਿਆਂ ਦੇ ਜਦੋਂ ਰਿਸ਼ਤੇਦਾਰ ਹੈ ਕਿਸੇ ਦੇ ਸਾਰਿਆਂ ਨੂੰ ਇੱਕ ਇਕੱਠੇ ਹੋਣਾ ਚਾਹੀਦਾ ਇੱਕ ਪਲੇਟਫਾਰਮ ਤੇ ਇੱਕ ਦੂਜੇ ਦੀ ਸਪੋਰਟ ਕਰਨੀ ਚਾਹੀਦੀ ਹੈ। ਨਾ ਕਿ ਤੁਸੀਂ ਇਹ ਕਿਸੇ ਦੀ ਲੱਤ ਖਿੱਚੋ ਕਿ ਸ਼ਾਇਦ ਇਹਨੇ ਦੀ ਲੈ ਕੇ ਇੱਥੋਂ ਭੱਜ ਜਾਣਾ ਜਾਂ ਕੁਝ ਵੀ ਆ। ਦੇਖੋ ਦੂਜੀਆਂ ਕਮਿਊਨਿਟੀਆਂ ਦੇ ਵਿੱਚ ਵੀ ਆ ਕੇ ਲੋਕ ਤੇ ਚਲੇ ਜਾਂਦੇ ਆ, ਆਪਾਂ ਉਹਨਾਂ ਨੂੰ ਤਾਂ ਜਾ ਕੇ ਕੁਝ ਕਹਿ ਨਹੀਂ ਸਕਦੇ, ਠੀਕ ਹੈ। ਪਰ ਆਪਣੀ ਕਮਿਊਨਿਟੀ 'ਚ ਇਹ ਚੀਜ਼ ਕਾਫੀ ਦੇਖਣ ਨੂੰ ਮਿਲਦੀ ਹੈ ਕਿ ਆਪਣੀ ਕਮਿਊਨਿਟੀ ਦੇ ਲੋਕ ਆਪਣੀ ਕਮਿਊਨਿਟੀ ਨੂੰ ਇਹ ਕਹਿੰਦੇ ਰਹਿੰਦੇ ਆ ਕਿ ਲੈ ਜੀ ਇਹਨਾਂ ਨੇ ਚਲੇ ਜਾਣਾ ਜਾਂ ਆਹ ਗੱਲ ਆ ਜਾਂ ਉਹ ਗੱਲ ਆ। ਸੋ ਉਹਨਾਂ ਦਾ ਮੈਨੂੰ ਲੱਗਦਾ ਜ਼ੋਰ ਆਪਣੀ ਕਮਿਊਨਿਟੀ ਤੇ ਜ਼ਿਆਦਾ ਚੱਲ ਜਾਂਦਾ, ਤੇ ਮੈਨੂੰ ਲੱਗਦਾ ਕਿ ਉਹ ਜ਼ੋਰ ਜਿਹੜਾ ਪੋਜ਼ਿਟਿਵ ਸਾਈਡ ਤੇ ਲਾ ਕੇ ਨਾਲ ਖੜਨਾ ਚਾਹੀਦਾ। ਬਿਲਕੁਲ, ਪੰਜਾਬੀ 'ਚ ਕਹਿ ਦਿੱਤਾ ਜਾਂਦਾ ਹੈ ਕਿ ਹੱਥਾਂ ਨੂੰ ਹੱਥ ਹੁੰਦੇ ਨੇ। ਸੋ ਐਮਪਲਾਇਰ ਹੈ ਤਾਂ ਐਮਪਲੋਈ ਹੈ, ਐਮਪਲੋਈ ਹੈ ਤਾਂ ਐਮਪਲਾਇਰ ਹੈ। ਸੋ ਇਹ ਦੋ ਜਿਹੜੇ ਐਮਪਲੋਈ ਤੇ ਐਮਪਲਾਇਰ ਸ਼ਬਦ ਨੇ, ਇਹਨਾਂ ਵਿੱਚ ਜ਼ਿਆਦਾ ਕੋਈ ਬਹੁਤਾ ਫਰਕ ਨਹੀਂ। ਸੋ ਇਹਨਾਂ ਨੂੰ ਆਪਸ ਦੇ ਵਿੱਚ ਇੱਕ ਤਰੀਕੇ ਦੇ ਨਾਲ ਮਿਲ ਕੇ ਕੰਮ ਕਰਨ ਜੇ ਤਾਂ ਹੋਰ ਚੀਜ਼ਾਂ ਸਿਖਾਲੀਆਂ ਹੋ ਸਕਦੀਆਂ ਨੇ। ਸੋ ਦਾ ਪੰਜਾਬ ਟਾਕਸ ਦੀ ਟੀਮ ਅੱਜ ਇਸ ਪ੍ਰੋਟੈਸਟ ਵਿੱਚ ਜਿਹੜਾ ਸਕਿਲਡ ਵਰਕਰਸ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਇੱਥੇ ਅੱਜ ਮੈਨੀਟੋਬਾ ਦੇ ਵਿੱਚ ਅਸੀਂ ਪਹੁੰਚੇ ਹਾਂ। ਸੋ ਇਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ। ਸੋ ਅਗਾਂਹ ਨੂੰ ਕਿਸ ਤਰੀਕੇ ਦੀ ਅਪਡੇਟ ਪ੍ਰੋਵਿੰਸ ਗਵਰਨਮੈਂਟ ਦੇ ਵੱਲੋਂ ਇਹਨਾਂ ਦੇ ਲਈ ਆਉਂਦੀ, ਅਸੀਂ ਤੁਹਾਨੂੰ ਉਹਦੇ ਲਈ ਜਾਣੂ ਕਰਵਾਉਂਦੇ ਰਵਾਂਗੇ। ਤਦ ਤੱਕ ਲਈ ਜੁੜੇ ਰਹੋ ਦਾ ਪੰਜਾਬ ਟਾਕਸ ਦੇ ਨਾਲ।